इकट्ठा होना है मुमकिन भी नहीं है, तो हत्तुल इम्कान कोशिश कर लेनी चाहिए, लेकिन उन्होंने नज़रअंदाज करके अपनी मंजिल अल सफ़र जारी रखना चाहिए। और अल्हम्दुलिल्लाह बेहतरीन सफ़र जारी है। अल्लाह ताला नज़र बद तो बचाए, इस्तिकामत अता फरमाए सारे भाइयों नूं ਜਿਹੜੇ ਆਪਣੇ ਹਿੱਸੇ ਦਾ ਕੰਮ ਕਰ ਰਹੇ ਨੇ। नहीं वो तो माशाल्लाह, नहीं वो तो माशाल्लाह बेहतरीन काम चल रहा है। ਫਜ਼ਾਨ ਭਾਈ ਇਹਦਾ ਨੁਕਸਾਨ ਵੀ ਤੇ ਕੋਈ ਹੈ ਨਾ। ਵੇਖੋ ਨਾ, ਸਭ ਮਰਜ਼ਈਆਂ ਨੇ ਬੂਹੇ ਟੋਲੇ ਨੇ। ਜਦੋਂ ਮੁਸਲਮਾਨਾਂ ਨੇ ਇਤਫਾਕ ਕੀਤਾ ਆਪਸ ਕੋਈ ਕਿਤੇ ਨਿਕਲ ਕੇ ਆਂਦਾ ਬਾਹਰ, ਬਾਕੀ ਬਸ ਹੋ ਗਈ। ਕੱਲ ਦੇ ਬਿਆਨ ਦੇ ਮੁਤਾਬਿਕ ਆਮਿਰ ਨਜ਼ੀਰ ਸਾਹਿਬ ਉਹਨਾਂ ਵਾਸਤੇ ਹਕਮ ਅਦਲ ਬਣ ਗਏ ਨੇ ਨਾ, ਕਿ ਇਹਨਾਂ ਤੋਂ ਸਿੱਖੋ ਕਿਸ ਤਰ੍ਹਾਂ ਇਹਨਾਂ ਨੇ ਮੁਸਲਮਾਨਾਂ ਨੂੰ ਇਕੱਠਾ ਕੀਤਾ ਹੈ। ਅੱਛਾ, ਉਹ ਬਲੈਕ ਲਿਸਟ ਜਿਹੜੀ ਹੈ ਉਹ ਕੋਈ ਮੈਂ ਵੇਖੀ ਕੋਈ ਨਹੀਂ, ਕਿਹਦਾ ਨਾਂ ਹੈ ਉਹਦੇ ਚ? ਬਲੈਕ ਲਿਸਟ ਚ ਕਿੰਨੇ ਕੁ ਬੰਦਿਆਂ ਦਾ ਨਾਂ ਪਾਇਆ ਨੇ ਬਲੈਕ ਲਿਸਟ ਚ? ਜ਼ਾਹਦ ਭਾਈ ਜਿਹਨੂੰ ਕੋਈ 4 ਕਿਤਾਬਾਂ ਜਿਹਨੇ ਪੜ੍ਹ ਲਈਆਂ ਨੇ ਉਹ ਆਟੋਮੈਟਿਕਲੀ ਸਮਝ ਲੈ ਕਿ ਮੇਰਾ ਨਾਂ ਆ ਗਿਆ ਲਿਸਟ ਦੇ ਵਿੱਚ। ਨਹੀਂ ਉਹ ਗੱਲ ਠੀਕ ਹੈ, ਕਿਉਂਕਿ WhatsApp ਦੇ ਦੌਰ 'ਚ ਨਾ ਸਾਨੂੰ ਇਹ ਕਈ ਵਾਰੀ ਬਲੈਕ ਲਿਸਟਾਂ ਬਣੀਆਂ ਨੇ WhatsApp 'ਤੇ। ਜਦੋਂ ਹੁੰਦੇ ਸੀ ਉਦੋਂ ਬਲੈਕ ਲਿਸਟ ਹਰ 15-20 ਦਿਨਾਂ ਬਾਅਦ, ਮਹੀਨੇ ਬਾਅਦ ਬਲੈਕ ਲਿਸਟ ਬਣਦੀ ਸੀ। ਅਤੇ ਉਹ ਜਦੋਂ ਆਖਰੀ ਟਾਈਮ ਸੀ ਨਾ WhatsApp 'ਤੇ ਇਹਨਾਂ ਦਾ ਮਤਲਬ ਚਿੱਤਰ ਖਾ ਕੇ ਤੇ ਥੱਕ ਗਏ ਸੀ, ਫਿਰ ਇਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਸੀ। ਅਤੇ ਹੁਣ ਜਿਹੜਾ TikTok 'ਤੇ ਵੀ ਮੈਨੂੰ ਲੱਗਦਾ ਹੁਣ ਆਖਰੀ ਸਮਾਂ ਚੱਲ ਰਹੀਆਂ ਨੇ, ਜਿਹੜਾ ਬਲੈਕ ਲਿਸਟਾਂ ਬਣਨੀਆਂ ਸ਼ੁਰੂ ਹੋ ਗਈਆਂ ਨੇ ਨਾ, ਇਹ ਕੋਈ ਹੋਰ ਕਿਤੇ ਜਗ੍ਹਾ ਲੱਭ ਰਹੇ ਨੇ। ਟਵਿੱਟਰ ਵਾਲੇ ਪਾਸੋਂ ਚਿੱਤਰ ਖਾ ਕੇ ਆਏ ਨੇ, ਇੱਥੇ ਇਹਨਾਂ ਦੀ ਤਬੀਅਤ ਚੰਗੀ ਬਣ ਗਈ ਹੈ। ਹੁਣ ਕੋਈ ਨਵੀਂ ਮੈਨੂੰ ਲੱਗਦਾ ਕੋਈ ਜਗ੍ਹਾ ਲੱਭਣ ਡਿਆ ਨੇ, ਕਿਤੇ ਨਵੇਂ ਦਾ ਪ੍ਰੋਗਰਾਮ ਇਹਨਾਂ ਦਾ। ਇੱਥੇ ਟ੍ਰੈਫਿਕ ਬਹੁਤ ਜ਼ਿਆਦਾ ਹੈ, ਇੱਥੇ ਨਵਾਂ ਮਾਲ ਲੱਭਦਾ ਰਹਿੰਦਾ, ਰੋਜ਼ ਨਵਾਂ ਟਰੱਕ ਆਈ ਜਾਂਦਾ ਤੇ ਇੱਥੋਂ ਇਹ ਟਾਈਮ ਕੱਢਣਗੇ, ਕਿਉਂਕਿ ਉਹਨਾਂ ਨਵੇਂ ਬੰਦੇ ਮਿਲਦੇ ਰਹਿੰਦੇ ਨੇ ਤੇ ਕੰਮ ਚੱਲਦਾ ਪਿਆ। ਉਹ ਆਈ ਜਾਂਦੇ ਨੇ ਕਿ ਦੇਖੋ ਸਾਇਦ ਮੇਂ ਪੜੋਸ ਮੇਂ ਹੈ ਕਿ ਨਬੂਵਤ ਖਤਮ ਹੋ ਚੁੱਕੀ, ਫਿਰ ਅੱਗੋਂ ਖੋਲ ਲੈਂਦੇ ਨੇ ਤੇ ਸਮਝਾਉਂਦੇ ਨੇ, ਫਿਰ ਮਤਲਬ ਇਹਨਾਂ ਨੂੰ ਕੋਈ 2 ਘੰਟੇ ਲਾ ਕੇ ਰੋਜ਼ੀ ਰੋਟੀ ਚੱਲਦੀ ਪਈ ਉਹਨਾਂ ਦੀ। ਨਹੀਂ ਹੁਣ ਇਮਰਾਨ ਭਾਈ ਖੋਤੀ ਜਿਹੜੀ ਹੈ ਨਾ ਕਾਫੀ ਛਾਂ ਥੱਲੇ ਆ ਗਈ ਹੈ। ਦੇਖੋ ਨਾ, ਪਹਿਲੇ ਜਿਹੜੀਆਂ ਬਰਾਡਾਂ ਲੱਗਦੀਆਂ ਸੀ 250 ਤੋਂ 300 ਮਤਲਬ 100-150 ਫੇਕ ਪਾ ਕੇ ਤੇ ਬੈਠੇ ਹੁੰਦੇ ਸੀ ਕਿ ਅਸੀਂ ਬਹੁਤ ਵੱਡਾ ਕਾਰਨਾਮਾ ਸਰੰਜਾਮ ਦੇ ਰਹੇ ਹਾਂ, ਉਹ ਵੀ ਹੁਣ ਖੋਤੀ ਬਹੁਤ ਥੱਲੇ ਆ ਗਈ ਹੈ। ਆਜ਼ਾਦ ਭਾਈ ਉਹਦੇ ਵਿੱਚ ਇੱਕ ਹੋਰ ਚੀਜ਼ ਵੀ ਵੇਖੋ ਨਾ, ਪਹਿਲੇ ਸ਼ੁਰੂ ਤੋਂ ਨਾ ਮਰਜ਼ਈਆਂ ਨੂੰ ਆਪੇ ਵੀ ਸ਼ੌਕ ਲੱਗਾ ਸੀ ਕਿ ਸਾਡੇ ਅਕਾਇਦ ਇਹੋ ਜਿਹੇ ਨੇ ਤੇ ਇਹ ਸਾਡੀਆਂ ਕਿਤਾਬਾਂ 'ਚ ਲਿਖਿਆ। ਉਹਨਾਂ 'ਚ ਵੀ ਜਿਹੜੇ ਬੰਦਿਆਂ ਨੇ ਇਹ ਚੀਜ਼ਾਂ ਵੇਖੀਆਂ ਨੇ ਨਾ, ਕੁਛ ਅਜ਼ਮ ਕਰ ਗਏ ਨੇ ਤੇ ਕੁਛ ਛੱਡ ਗਏ ਨੇ, ਤੇ ਬਾਕੀ ਇਹ ਟਾਈਮ ਲੱਗੇਗਾ ਦੂਜਿਆਂ ਨੂੰ, ਤੇ ਉਹ ਵੀ ਨਾ ਥੋੜੇ ਜਿਹੇ ਪੱਕੇ ਹੋ ਗਏ ਨੇ ਕਿ ਹਾਂ ਠੀਕ ਹੈ ਨੇ ਕਾਇਦ ਅਸੀਂ ਮੰਨਦੇ ਹਾਂ। ਫੇਰ ਸਹੀ ਨਹੀਂ, ਵੈਸੇ ਹੁਣ ਜਿਹੜਾ ਨਾ ਉਹ ਜਿਹੜਾ ਨਿਜ਼ਾਮ ਸੀ ਨਾ ਪਹਿਲੇ, ਜਿਸ ਤਰ੍ਹਾਂ ਇਹਨਾਂ ਦੀਆਂ ਬਰਾਡਾਂ ਦੇ ਉੱਤੇ ਰਸ਼ ਲੱਗਿਆ ਹੁੰਦਾ ਸੀ, ਆਵਾਮ ਵੀ ਨਵੀਂ ਆਵਾਮ ਬਹੁਤ ਆਉਂਦੀ ਸੀ, ਹੁਣ ਉਹ ਕੰਮ ਘੱਟ ਗਿਆ। ਹੁਣ ਉਹ ਉਸ ਤਰ੍ਹਾਂ ਨਹੀਂ ਹੈ। ਹੁਣ ਪੁਰਾਣੇ ਬੰਦੇ ਨੇ, ਮੈਂ ਨੋਟ ਕੀਤਾ ਕਿ ਜਿਸ ਤਰ੍ਹਾਂ ਪਹਿਲੇ ਬੰਦੇ ਹੁੰਦੇ ਸੀ ਨਾ, ਰਸ਼ ਲੱਗਾ ਹੁੰਦਾ ਸੀ ਬਰਾਡਾਂ ਦੇ ਉੱਤੇ, ਇਹਨਾਂ ਦੀਆਂ ਉੱਤੇ ਆਵਾਮ ਬਹੁਤ ਮਤਲਬ ਜਾਂਦੀ ਸੀ, ਸਵਾਲ ਕਰਨ ਚੜ੍ਹੇ ਹੁੰਦੇ ਸੀ, ਬੰਦਾ ਰੋਜ਼ ਕੋਈ ਨਾ ਕੋਈ ਸਵਾਲ ਕਰਨ ਚੜ੍ਹਿਆ ਹੁੰਦਾ ਸੀ। ਹੁਣ ਉਸ ਕੰਮ ਤੋਂ ਜਿਹੜਾ ਨਾ ਕਾਫੀ ਸਾਰਾ ਕੰਮ ਠੰਡਾ ਹੋ ਗਿਆ। ਹੁਣ ਇਹਨਾਂ ਦੀਆਂ ਬਰਾਡਾਂ ਦੇ ਉੱਤੇ ਉਹੀ ਹੈ, ਪੁਰਾਣੇ ਬੰਦੇ ਜਿਹੜੇ ਨੇ 5-7 ਨੇ ਉਹੀ ਬੈਠੇ ਹੁੰਦੇ ਨੇ, ਅਤੇ ਇਹਨਾਂ ਦੀ ਕੋਈ ਬਰਾੜ ਅਗਰ ਕਿਤੇ 150-200 ਤੇ ਜਾਂਦੀ ਵੀ ਹੈ ਨਾ, ਤੇ ਉਹੀ ਜਾਂਦੀ ਹੈ ਜਿੱਥੇ ਅਸੀਂ ਮਤਲਬ ਜਿਵੇਂ ਹੁਣ ਇਮਤਿਆਜ਼ ਭਾਈ ਅੱਜ ਗਏ ਸੀ, ਇਸ ਤਰ੍ਹਾਂ ਕੋਈ ਬੰਦੇ ਕੋਈ 4 ਚਲੇ ਜਾਂਦੇ ਨੇ ਤੇ ਫਿਰ ਬਰਾੜ ਕੁੱਤੇ ਜਾਂਦੀ ਹੈ, ਨਹੀਂ ਤੇ ਉਹੀ ਬੰਦੇ ਨੇ। ਹੁਣ ਉਹ ਮਾਹੌਲ ਖਤਮ ਹੋ ਗਿਆ, ਰਸ਼ ਰੁਸ਼ ਵਾਲਾ ਕੰਮ ਖਤਮ ਹੈ ਹੁਣ। ਬੰਦਾ ਲੱਭੋ ਬਈ, ਨਵਾਂ 9 ਦਿਨ ਤੇ ਪੁਰਾਣਾ 100 ਦਿਨ। ਜਿਹੜਾ ਨਵਾਂ ਕੰਮ ਹੁੰਦਾ ਹੈ ਨਾ, ਉਹਦੇ ਚ ਲੋਕ ਫਿਰ ਜ਼ਿਆਦਾ ਗਰਮਜੋਸ਼ੀ ਨਾਲ ਪਾਰਟਿਸਿਪੇਟ ਕਰਦੇ ਨੇ ਕਿ ਸ਼ਾਇਦ ਇੱਥੇ ਕੋਈ ਨਵਾਂ ਵਾਕਿਆ ਹੋਇਆ, ਪਤਾ ਕਰੋ ਇੱਥੇ ਕੀ ਹੈ, ਬੰਦੇ ਕਿਉਂ ਇਕੱਠੇ ਹੋਏ ਨੇ। ਜਦੋਂ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਨਾ ਮਰਜ਼ੀਆਂ ਦੀ ਅਸਲੀਅਤ ਦਾ, ਤੇ ਲੋਕੀ ਫਿਰ ਸਮਝਣ ਲੱਗ ਪੈਂਦੇ ਨੇ ਤੇ ਪਿੱਛੇ ਟੁੱਟ ਸ਼ੁਰੂ ਹੋ ਜਾਂਦੇ। ਜਦੋਂ ਨਵੀਂ ਦੁਕਾਨ ਖੁੱਲਦੀ, ਪਤਾ ਉੱਥੇ ਗਾਹਕ ਜ਼ਿਆਦਾ ਹੁੰਦੇ ਨੇ। ਤੇ ਇਸੇ ਤਰ੍ਹਾਂ ਟਿਕਟੌਕ ਦੇ ਉੱਤੇ ਮਿਰਜ਼ਾਈ ਫਿਨੋਮੇਨਾ ਆਇਆ ਨਵਾਂ, ਤੇ ਲੋਕਾਂ ਨੇ ਆਖਿਆ ਪਤਾ ਨਹੀਂ ਇੱਥੇ ਕੀ ਹੋ ਗਿਆ, ਉਹ ਦੌੜ ਕੇ ਪਤਾ ਕਰੀਏ ਕੋਈ ਅਦਰ ਐਕਸੀਡੈਂਟ ਨਾ ਹੋ ਗਿਆ ਹੋਵੇ, ਕੋਈ ਤੂੜੀ ਵਾਲੇ ਟਰੱਕ ਥੱਲੇ ਮੋਟਰਸਾਈਕਲ ਵਾਲਾ ਨਾ ਆ ਗਿਆ ਹੋਵੇ। ਉਹ ਜਦੋਂ ਆ ਕੇ ਕੱਢ ਕੇ ਵੇਖਿਆ, ਉਹਨਾਂ ਕਿਹਾ ਇਹਦੇ ਵਿੱਚ ਚੂਹਾ ਹੀ ਹੈ ਥੱਲੇ। ਉਹ ਲੋਕਾਂ ਨੂੰ ਪਤਾ ਲੱਗ ਗਿਆ। ਹੁਣ ਕੋਈ ਨਹੀਂ, ਚੱਕਰ ਕੋਈ ਨਹੀਂ ਐਸਾ ਹੈ। ਇਹਨਾਂ ਦੀ ਆਪਣੀ ਮਿਰਜ਼ਾਈਆਂ ਦੀ ਕ੍ਰੈਡੀਬਿਲਿਟੀ ਕਿੰਨੀ ਹੈ, ਇਹਨਾਂ ਦੇ ਮੁਰੱਬੀਆਂ ਦੀ ਕਿੰਨੀ ਕ੍ਰੈਡੀਬਿਲਿਟੀ ਹੈ, ਕਿੰਨੇ ਕੁ ਸੱਚੇ ਨੇ। ਮੈਂ ਨਾ ਇਸ ਆਈਡੀ ਤੋਂ ਨਹੀਂ, ਜਿਹੜੀ ਦੂਸਰੀ ਮੇਰੀ ਆਈਡੀ ਹੈ ਨਾ, ਇਹ ਨਜ਼ੀਰ 3340, ਇੱਕ ਦੂਸਰੀ ਆਮਰ 3340,
ਉਹਦੇ ਤੋਂ ਵੀਡੀਓ ਇੱਕ ਅਪਲੋਡ ਕੀਤੀ ਹੈ। ਚਲੋ ਮੈਂ ਮੋਬਾਈਲ ਖੋਲੀਏ, ਮੈਂ ਪਲੇ ਕਰ ਦੇਣਾ ਉਹਦੇ ਚ ਤੁਹਾਨੂੰ ਸੁਣਾਉਣਾ ਕਿ ਇਹਨਾਂ ਦੇ ਮੁਰੱਬੀਆਂ ਦੀ ਆਪਣੀ ਕ੍ਰੈਡੀਬਿਲਿਟੀ ਕਿੰਨੀ ਹੈ, ਜਿਹੜੇ ਉੱਥੇ ਬਹਿ ਕੇ ਸਾਡੇ ਮੁਸਲਮਾਨਾਂ ਦੇ ਉੱਤੇ ਪੁੱਕਾ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ ਨਾ ਸੁਬਾਹ, ਤੇ ਉਹਨਾਂ ਨੂੰ ਇੰਜ ਪੇ ਟਰੀਟ ਕਰਦੇ ਸਨ ਜਿਸ ਤਰ੍ਹਾਂ ਇਹ ਇਹਨਾਂ ਦੇ ਮੁਜ਼ਾਰੇ ਨੇ। ਮੈਂ ਕਹਿੰਦਾ ਕਿ ਉਹਨਾਂ ਦਾ ਹੌਸਲਾ ਜਿਹੜੇ ਉੱਥੇ ਬੈਠੇ ਸਨ, ਵਰਨਾ ਕੋਈ ਬੰਦਾ ਵੀ ਇਹੋ ਜਿਹੇ ਰਵੱਈਏ ਨੂੰ ਵੇਖ ਕੇ ਉੱਥੇ ਰੁਕ ਨਹੀਂ ਸਕਦਾ। ਇਹ ਸੁਣਨਾ ਬੜਾ बिल्कुल है। एक शर्त तो बता दी थी इसने कि भाई चूंकि वो मोहम्मद मुस्तफा सल्लल्लाहु अलैहि वसल्लम को नहीं मानता तो आप दुरूद नहीं पढ़ेंगे। वो कह रहे हैं कि जी मैं भी साहब कहूंगा मोहम्मद साहब, और वो भी साहब नहीं कहेगा। अगर वो ये भी सुना है पहले भाई आपने सुना है उसने पहले तो ये पता करवाना पड़ेगा कि जो उसने 2-3 महीने तक हमारे सामने ये ड्रामा रचाए रखा कि मैं हजरत मोहम्मद मुस्तफा सल्लल्लाहु अलैहि वसल्लम को मानता हूं, मैं नो मुस्लिम हूं, ये क्यों रचाया उसने फिर ड्रामा? चलिए ये तो खैर उससे पूछ लेना कि शर्त मंजूर है कि भाई तो आप 2-3 महीने तो उसने लोगों को सल्लल्लाहु अलैहि वसल्लम को झूठा मानता है। 2-3 बात तो सुने ना, हाँ। वो मोहम्मद भाई बात तो सुने, उसका ही मुतालबा है कि भाई चूंकि वो मोहम्मद सल्लल्लाहु अलैहि वसल्लम को झूठा मानता है तो आप उनके ऊपर दुरूद नहीं पढ़ेंगे। अगर आप दुरूद पढ़ेंगे तो मंजूर है ये शर्त। साहब साहब के अंदर बात करेंगे, मोहम्मद साहब ऐसे। 2 बातें मैंने आपसे पूछनी है, मैं जॉब पे हूँ। 2 बातें मैंने पूछी थी। एक तो ये कि आजम सैफी ने मेरे ख्याल से तो झूठी बोला है, कहता है कि मीर साहब कहते हैं कि आपसे बात कर लेंगे दोबारा, पर मेरे साथ बात करते हुए नबी सल्लल्लाहु अलैहि वसल्लम पर आपने दरूद नहीं पढ़ना। क्या आपने कोई ऐसी बात कही है? दरूद नहीं पढ़ना? कहता है नबी पाक पर दरूद और सलाम नहीं पढ़ना क्योंकि मैं उनको नहीं मानता। मैंने कहा यार क्यों झूठ बोल? नहीं अस्तगफिरुल्लाह, मैं तो खुद भी पढ़ दूंगा, शुरू में पढ़ दूंगा, आखिर में पढ़ दूंगा, मेरा दरूद से क्या मतलब है? ऐसा झूठा आदमी। तो कहता है जी वो मैंने आपकी बात करवानी है अमीर फैसल साहब से, तो वो कहते हैं कि इस शर्त पर करूंगा कि आप दरूद नहीं पढ़ेंगे नबी पाक पर। अरे नहीं बिल्कुल 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 निजाम है ये, तो आप चेहरे मेरे सामने करवा लेना। जो मैं बात कहता नहीं वो फिर एक्सेप्ट नहीं करता सर। ये तो होती वो है, मैं तो 1000 दफा खुद पढ़ता हूँ। मैं अगर कोई बातचीत का मौका भी आएगा इंशाल्लाह, चाहे ग्रुप में आता तो शुरू में और आखिर में पढ़ दूंगा। भाई बातचीत अलग, सवाल का अलग जगह मौका है, लेकिन वो चीज अलग है दरूद वाला। तो हम उन पर सलाम दरूद सलाम उन पे ही तो भेज रहे हैं रसूल अल्लाह सल्लल्लाहु अलैहि वसल्लम। इल्जाम लगा रहे थे और कह रहे थे कि अमीर दरूद खुदा न खास्ता ऐसा तो मैं सोच भी नहीं सकता, कहना तो बहुत बुरी बात है, तो बिल्कुल नापाक बात है। और कह रहे अमीर फैसल साहब से मैं बात आपकी दोबारा करवा दूंगा, टिकटॉक पर लाइव चला देंगे, लेकिन वो कहते हैं एक शर्त पे बात करनी है कि नबी पाक पर दरूद नहीं आता। अस्तगफिरुल्लाह माज़अल्लाह, और जो कुछ और भी पढ़ना हो लाहौला वो आप मेरी तरफ से पढ़ दीजिए। तेरे जम्मे ते लानत, तेरे खाते ते लानत, तेरे पीते ते लानत, तेरे मटे होए ते लानत, तेरी शादी ते लानत, तेरी धमी ते लानत, तेरे उठने ते गाने ते खाने ते पीने ते। दुरूद शरीफ एलानिया पढ़ना है वो भी पढ़ देंगे हम, उसमें भी वो अपनी जगह। रही बात सवालों की वो अलग कर लेंगे, वो भी तमीज तहजीब अखलाकियत के साथ हो जाएंगे, जो आपके जवाब हो जाएंगे वो जाए। इस तरह तरीका होता है, खुदा न खास्ता इंसल्ट करना मकसद थोड़ा ही है किसी की। लो जी, ये है इस बंदे की क्रेडिबिलिटी, जो यहाँ बैठ कर कहता है जी इतने लोग उसकी ब्रॉड सुन रहे हैं, हमने वो कार्ड मारा हुआ है और इतने व्यूअरशिप दिखाई दे रही है। यानी इसका झूठ आपने अपनी कानों से सुन लिया, आंखों से देख लें जाके। ये वीडियो मैंने अपलोड कर दिया है। मैंने उसको फ़ोन किया अमित अग्रवाल को, मैंने कहा भाई ये आजम सैफी तुम्हारा नाम लेकर ये बात कर रहा था। कहता बिल्कुल ऐसी मैंने बात नहीं कही है, झूठ बोलता है। तो जो इतनी आपकी आंखों के सामने झूठ बोल रहा है, उससे ये मिर्जाई दीन सीखने जाते हैं, उससे ये मसले मसाइल पूछने जा रहे हैं कि ये हमें मसीह मौत का किधर बताएगा, पूछने जा रहे हैं कि ये हमें मसीह मौत का किधर बताएगा, पूछने जा रहे हैं कि ये हमें मसीह मौत का। ये इसके आजम सैफी की क्रेडिबिलिटी है, इतना ये सच्चा आदमी है। ये इनका मुबल्लग है, ये इनका मुअल्लम है, ये मिर्जाइयों का मुनाजर है। अपनी बराडों पे बैठकर ये हैं वो इनके बड़े बड़े महान मुरब्बी जो तबलीग कर रहे हैं। चले, अगर मिर्जाई जो आम अवाम है, अवाम का इनाम है, अगर वो इस पर गौर करना चाहें तो उनकी मर्जी है,
ना करना चाहें तो भाई धक्का कोई नहीं, लगे रहे इनके पीछे, अपना बेड़ा गर्क करते रहे। हमने कौन सा कोई मिर्जाइयों की जगह पर हिसाब देना। कुरान कहता है वला ताज़िरु वाज़िरतुम विज़रा उख़रा, कल क़यामत के दिन कोई किसी का बोझ नहीं उठाएगा। हमारी तरफ से जहन्नम में जाएं सारे के सारे मिर्जाई, अव्वल से लेकर आखिर तक जितने मिर्जाई है सारे जहन्नम में चले जाएं, हमसे पूछा जाएगा। अगर वो खुद जानबूझकर अपनी आंखों से देखकर जहर खा रहे हैं, गंद उठा रहे हैं, झूठ का टोकरा सर पर उठाकर चलना चाहते हैं, तो हमें समझाने की क्या जरूरत है? हम कैसे समझा लेंगे उनको? जहन्नम जाने दो, मौज करने दो। बहरहाल ये आज मैंने उसकी की थी, आज तो मैंने कहा मैं बता दूं कि ये परले दर्जे का झूठ है। अब ये बंदा जिसका पोस्टर लगाया हुआ है ये भी देख लें, आपके सामने पड़े हुए हैं सरकार। तो मिर्जाई टिकटॉक पर अपनी जंग हार के बैठे हुए हैं, हर जगह से झूठे पड़ रहे हैं, हर जगह से जलील हो रहे हैं, हर जगह से उनका नात का बंद हो रहा है। इसलिए नहीं कि हमारा फ्लो ज्यादा है, हम तादाद में ज्यादा है, इसलिए कि मिर्जाइयों के पास दलील ही कोई नहीं है। जो भी बात वो करते हैं उसमें पकड़े जाते हैं, झूठे पड़ जाते हैं। अब मैंने वो तफसील नहीं सुनी, वो इम्तियाज भाई जो सुबह वहां बयान कर रहे थे कि भाई उसने कहा था, कमालत इस्लाम ने कहीं बोला था, मैंने तो वो नहीं सुना, लेकिन ये उनके पास रिकॉर्डिंग होगी कि उसने बोला था कि जो गुलाम फरीद चाचड़ा वाले हैं वो आने वाले महदी को नबी मानते थे या जिल्ली नबी, या इस तरह की कोई बात वो कर रहे थे। तो कमालात ने अगर ये बात कही है तो उसकी क्या क्रेडिबिलिटी है? जब मुसलमान सामने खड़ा होके कह रहा है कि तुमने ये झूठ बोला है, या इससे रजू करो, माफी मांगो, या इसका सबूत दो, क्या क्रेडिबिलिटी रहेगी? वो भी वहां लाश की तरह पड़ा हुआ है। वो कहता है नहीं नहीं नहीं, इसको छोड़े, आप आगे भारत पढ़े, अगली भारत पढ़े, अगला वाला पढ़े, अगला वाला। वो भाई जो झूठ बोला है पहले उसका तो कोई कर लो ना, अगला वाला पढ़ लेंगे, पहले ये झूठ बोला है आपने, इसका क्या जवाब देना है? तो मिर्जाइयों के जितने यहाँ पर मुरब्बी है ना, मेरी नजर में तो वो सब वो दुम दबा के भाग रहे हैं, बिलों में घुस रहे हैं, किसी को नजर आए ना आए। हमें तो नजर आ रहा है मिर्जाइयों के हालात टिकटॉक पर, हर गुजरने वाले दिन के साथ दगरगू हो रहे हैं। काश ये हमें कुछ आस्तीन के सांप हैं, वो टांगे खींचनी छोड़ देना, मुतहद होकर एक डायरेक्शन में जोर लगाएं। अगर आप लगा सकते हैं तो उस डायरेक्शन में लगे, नहीं लगा सकते पीछे हट के चुप करके रजाई लैके लम्बे पवो। सर्दियां ने ते रजाई नाल वावा चस आंदी निंगे हो के पे ये नहीं थे आजकल। तो यूरोप में तो वो तलाइयां भी हैं जो नीचे से वो गद्दे को भी गर्म कर देती हैं, वो लगा लो, निंगे हो के पवो अपने बिस्तर च। अगर मुसलमानों के साथ मिलकर मुसलमानों की डायरेक्शन में एक डायरेक्शन में जोर नहीं लगा सकते तो रजाई लो तो आराम करो। लेकिन क्या करें, कोई एक आस्तीन का सांप है, उससे जान नहीं छूटती, कोई दूसरा आ जाता है, दूसरे से नहीं जान छूटती, कोई तीसरा आ जाता है। अब वो पता नहीं कौन है टवाना, मैंने तो आज उसकी पहली दफा बात सुनी है, शायद सब लगे हुए थे उसके साथ, पता नहीं क्या बना है। लेकिन वो मैं एक दफा मैं सोचा मैं जाऊं तो कहूं एक अल्लाह ही है थे एक अल्लाह ही आस्तीन दा सांप है कि कोई सपनियां सुपनियां भी आने वाले दुआले ਇਹਨੂੰ ਕੱਲੇ ਨੂੰ अस्सलाम वालेकुम अमर भाई ਕੱਲਾ ਹੀ ਹੈ। ਅੱਛਾ ਅਮਰ ਭਾਈ ਇਹ ਜਿਹੜੀ ਤੁਸੀਂ ਕਾਲ ਕੀਤੀ ਹੈ ਨਾ, ਜਿੱਦਣ ਤੁਹਾਡੀ ਉਹਦੇ ਨਾਲ ਗੱਲ ਹੋਈ ਹੈ ਨਾ, ਮੈਂ YouTube ਤੇ ਉਹ ਵੀਡੀਓ ਵੀ ਚਾੜੀ ਹੈ, ਉਦੋਂ ਹੀ ਰਾਤ ਦੀ ਵਜੇ ਉਸਮਾਨ ਭਾਈ ਦੀ ਬਰਾੜ ਲੱਗੀ ਸੀ। ਮੈਂ ਕਸਮ ਚਾ ਕੇ ਕਿਹਾ ਸੀ ਕਿ ਜਾਓ ਅਮਰ ਭਾਈ ਨੂੰ ਕਹੋ ਉਹਨੂੰ ਕਾਲ ਕਰਕੇ ਪੁੱਛ ਲੈਣ ਇਹ ਸ਼ਰਤ ਉਸ ਬੰਦੇ ਨੇ ਰੱਖੀ ਨਹੀਂ ਹੋਏਗਾ, ਮਰਜ਼ਾਈ ਨੇ ਝੂਠ ਮਾਰਿਆ। ਤੇ ਉਹੀ ਗੱਲ ਸੱਚੀ ਨਿਕਲੀ ਜਨ। ਹਾਂਜੀ ਹਾਂਜੀ, ਮੈਨੂੰ ਟਾਈਮ ਹੀ ਸੀ ਮਿਲ ਰਿਹਾ, ਨੰਬਰ ਉਹਦਾ ਮੇਰੇ ਕੋਲ ਸੀ, ਮੈਂ ਕਾਲ ਉਹਨੂੰ ਕਰਨੀ ਸੀ। ਮੈਂ 2-3 ਵਾਰੀ ਖਿਆਲ ਹੈ ਕਿ ਉਹਨੂੰ ਕਾਲ ਕਰਨਾ, ਦਿਹਾੜੀ ਬਿਜ਼ੀ ਹੋਵੇ ਤਾਂ ਜਾਂ ਟਿਕਟਾਕ ਤੇ ਜਾਂ ਕੋਈ ਆਪਣੇ ਕੰਮ ਤੇ ਬਿਜ਼ੀ। ਮੈਂ ਅੱਜ ਥੋੜਾ ਫਾਰਗ ਸੀ ਤੇ ਮੈਂ ਕਿਹਾ ਮੈਂ ਇਹਨੂੰ ਤਾਂ ਇੱਕ ਮਿੰਟ ਪੁੱਛਾਂ ਵਾਲਾ ਵੀ ਕੀ ਇਹਨੇ ਕੋਈ ਗੱਲ ਕਹੀ ਹੈ ਜਾਂ ਉਹਨੇ ਕੋਲੋਂ ਝੂਠ ਬੋਲਿਆ। ਲੇਕਿਨ ਉਹ ਮੈਨੂੰ ਵੀ ਯਕੀਨ ਹੀ ਸੀ, ਤਕਰੀਬਨ ਯਕੀਨ ਦੀ ਹੱਦ ਤੱਕ ਮੈਨੂੰ ਐਸੀ ਖਿਆਲ ਕਿ ਬੋਲਿਆ ਤੈਨੂੰ ਝੂਠ ਹੀ ਫੜਿਆ ਗਿਆ ਝੂਠ। ਮੈਂ ਤੇ ਉਸ ਦਿਨ ਹੀ ਅਮਰ ਭਾਈ ਬੋਲ ਦਿੱਤਾ ਸੀ ਕਿ ਇਹ ਬੰਦਾ ਜਾਣ ਬੁੱਝ ਕੇ ਤੁਹਾਨੂੰ ਦਿਲ ਆਜ਼ਾਰੀ ਕਰਨ ਵਾਸਤੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਉੱਤੇ ਬਕਵਾਸ ਕਰਨ ਦੇ ਹੈ ਮਰਜ਼ਾਈ।
ਤੇ ਇਹ ਹਕੀਕਤ ਇਹਨਾਂ ਦੇ ਸਾਹਮਣੇ ਆ ਗਈ, ਹੁਣ ਵੀ ਅੱਖਾਂ ਨਾ ਖੁੱਲਣ ਤੇ ਫਿਰ ਕੀ ਚਾਹੀਦਾ? ਆਪਾਂ ਅੰਦਾਜ਼ਾ ਕਰ ਲਓ। ਕੱਲ ਕੀਮ ਰਾਸ਼ਦ ਜਿਹੜਾ ਇੱਕ ਮੈਂਟਲ ਕੇਸ ਹੈ, ਉਹ ਜੋਜ਼ਫ ਮਸੀਹ ਨਾਲ ਮਨਾਜ਼ਰਾ ਕਰਨ ਲੱਗਾ ਹੈ ਤੇ ਕਹਿੰਦਾ ਜੀ ਉਹ ਮਨਾਜ਼ਰਾ ਹੋਣਾ ਸਲੀਬ ਦੇ ਮੌਜੂ ਤੇ ਕਿ ਸਲੀਬ ਦੇ ਵਾਕਿਏ ਦੇ ਦੌਰਾਨ ਯਿਸੂਲ ਮਸੀਹ ਸਲੀਬ ਦੇ ਉੱਤੇ ਚੜਾਏ ਗਏ ਨੇ, ਬੇਹੋਸ਼ ਹੋਏ ਨੇ, ਫੌਤ ਹੋਏ ਨੇ, ਜਾਂ ਕੀ ਵਾਕਿਆ ਹੈ? ਸਲੀਬੀ ਵਾਕਿਆ ਦਾ ਮਤਲਬ ਗੱਲ ਸਈਦਾ ਮਰੀਮ ਸਦੀਕਾ ਦਾ ਕੀ ਤਾਲੁਕ ਹੈ ਇਸ ਗੱਲ ਨਾਲ, ਇਸ ਮੌਜੂ ਨਾਲ? ਉਸ ਹਰਾਮੀ ਨੇ ਯਹੂਦੀਆਂ ਦਾ ਨਾਂ ਲੈ ਲੈ ਕੇ ਤੇ ਉਹਨਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਤੀ। ਇੱਕ ਗਾਲ ਕੱਢੀ, ਦੂਜੀ ਗਾਲ ਕੱਢੀ, ਮੇਰਾ ਮਾਈਕ ਖੋਲਦੇ ਨੇ ਤੀਜੀ ਵੀ ਗਾਲ ਕੱਢ ਦਿੱਤੀ। ਮੈਂ ਮਾਈਕ ਖੋਲ ਕੇ ਮੈਂ ਬਕਵਾਸ ਬੰਦ ਕਰ, ਲਾਂਤੀਆ ਹਰਾਮਜ਼ਾਦਿਆ, ਤੂੰ ਮੈਂ ਕਿਹਾ ਮਨਾਜ਼ਰਾ ਕਰਨਾ ਹੈ ਸਲੀਬ ਦੇ ਮੌਜੂ ਤੇ ਤੂੰ ਗਾਲਾਂ ਕੱਢਣ ਲੱਗ ਪਿਆ ਯਹੂਦੀਆਂ ਦਾ ਨਾਂ ਲੈ ਲੈ ਕੇ। ਇਹ ਤਾਂ ਮਿਰਜ਼ਾ ਕਾਦੀਆਨੀ ਦਜਾਲ ਦੱਸ ਕੇ ਗਿਆ। ਉਹ ਜਨਾਬ ਉੱਥੋਂ ਰੌਲਾ ਪੈ ਗਿਆ ਜੀ, ਉਹ ਜੀ ਇਹ ਮੇਰੇ ਨਾਲ ਕਰੇ ਗੱਲ। ਇਹ ਮੈਂ ਕਿਹਾ ਵੀ ਲਾਂਤੀਆ, ਮੈਂ ਤੇਰੇ ਨਾਲ ਗੱਲ ਕਾਹਦੇ ਲਈ ਕਰਨੀ ਹੈ? ਮੇਰੇ ਵਾਸਤੇ ਤੇ ਤੁਸੀਂ ਦੋਏ ਕ੍ਰਿਸਚਨ ਹੈ ਤੇ ਤੁਸੀਂ ਉਹ ਦੋਏ ਮੇਰੇ ਵਾਸਤੇ ਤੇ ਗੈਰ ਮੁਸਲਿਮ ਹੋ, ਇੱਕੋ ਜਿਹੇ, ਬਲਕਿ ਤੂੰ ਉਹਨਾਂ ਨੂੰ ਬੁਰਾ ਕ੍ਰਿਸਚਨ ਨੂੰ। ਕ੍ਰਿਸਚਨ ਤੇ ਸਿਰਫ ਗੈਰ ਮੁਸਲਿਮ ਨੇ, ਤੂੰ ਦੁਸ਼ਮਣ ਇਸਲਾਮ ਹੈ। ਤੇ ਤੇਰੀ ਤੇ ਮੇਰੇ ਦਿਲ 'ਚ ਸਖਤ ਨਫ਼ਰਤ ਪਈ ਜਾਂਦੀ। ਮੈਂ ਤੇਰੇ ਨਾਲ ਗੱਲ ਤੇ ਨਹੀਂ ਕਰਨਾ ਚਾਹੁੰਦਾ, ਪਰ ਗੱਲ ਇਹ ਹੈ ਕਿ ਮੈਂ ਤੇ ਮੁਸਲਮਾਨ ਹਾਂ। ਮੈਂ ਤੇ ਮੰਨਣਾ ਕਿ ਸਲੀਬ ਦਾ ਵਾਕਿਆ ਉਹਨਾਂ ਨਾਲ ਹੋਇਆ ਹੀ ਕੋਈ ਨਹੀਂ। ਉਹਨਾਂ ਨੂੰ ਕਿਸੇ ਬੰਦੇ ਹੱਥ ਹੀ ਨਹੀਂ ਲਾਇਆ, ਟੱਚ ਹੀ ਨਹੀਂ ਕੀਤਾ, ਗ੍ਰਿਫਤਾਰ ਹੀ ਨਹੀਂ ਕੀਤਾ, ਉਹਨਾਂ ਨੂੰ ਕਿਸੇ ਓਏ ਵੀ ਨਹੀਂ ਆਖਿਆ। ਅੱਲਾਹ ਤਾਲਾ ਨੇ ਉਹਨਾਂ ਨੂੰ ਉੱਥੋਂ ਸੇਫ ਐਂਡ ਸਾਊਂਡ ਬਾਹਰ ਕੱਢ ਲਿਆ। ਤੇ ਇਹ ਤੁਹਾਡਾ ਦੋਵਾਂ ਦਾ ਅਕੀਦਾ ਹੈ ਕਿ ਬਈ ਉਹ ਇੱਕ ਕਹਿੰਦਾ ਕਿ ਸਲੀਬ ਦੇ ਉੱਤੇ ਚੜਾਇਆ ਫੌਤ ਹੋ ਗਏ, ਦੂਜਾ ਕਹਿੰਦਾ ਨਹੀਂ ਫੌਤ ਨਹੀਂ ਹੋਏ, ਸਲੀਬ ਦੇ ਉੱਤੇ ਬੇਹੋਸ਼ ਹੋ ਗਏ ਸੀ ਤੇ ਲਾ ਲਏ। ਤੇ ਤੁਸੀਂ ਗੱਲ ਕਰੋ, ਮੈਂ ਸੁਣਨਾ ਵਾ, ਲੇਕਿਨ ਗਾਲ ਨਾ ਕੱਢ, ਉਹਨਾਂ ਨੂੰ ਬਕਵਾਸ ਨਾ ਕਰ, ਉਹਨਾਂ ਨੂੰ ਗਾਲਾਂ ਨਾ ਕੱਢ। ਲੇਕਿਨ ਗਾਲਾਂ ਤੋਂ ਬਗੈਰ ਉਹਨਾਂ ਕੋਲ ਕੰਮ ਹੀ ਕੋਈ ਨਹੀਂ। ਦੂਸਰੇ ਦਾ ਨਾਂ ਲੈ ਕੇ ਕਿਸੇ ਦੂਸਰੇ ਦਾ, ਜਿਸ ਤਰ੍ਹਾਂ ਕਿ ਇਮਰਾਸ਼ਦ ਉਹਦਾ ਯਹੂਦੀਆਂ ਦਾ ਨਾਂ ਲੈ ਕੇ ਗਾਲ ਕੱਢ, ਇਸੇ ਤਰ੍ਹਾਂ ਇਹ ਹਰਾਮੀ ਜਿਹੜਾ ਹੈ ਇਹ ਉਹਦਾ ਮੀਤ ਅਗਰਵਾਲ ਦਾ ਨਾਂ ਲੈ ਕੇ ਨਬੀ ਪਾਕ ਨੂੰ ਗਾਲਾਂ ਕੱਢ ਰਿਹਾ। ਗੱਲ ਐਨੀ ਹੈ, ਇਹਨਾਂ ਦਾ ਕੋਈ ਬੇਨਕਾਬ ਹੋਣਾ ਕੋਈ ਪਿੱਛੇ ਰਹਿ ਤੇ ਨਹੀਂ ਗਿਆ। ਹੁਣ ਕੋਈ ਮੇਰਾ ਖਿਆਲ ਹੈ ਗੁੰਜਾਇਸ਼ ਰਹਿ ਤੇ ਨਹੀਂ ਗਈ। ਬਾਕੀ ਹਦਾਇਤ ਅੱਲਾ ਦੇ ਹੱਥ ਵਿੱਚ, ਕਿਹੜਾ ਕੋਈ ਅਸੀਂ ਕਿਸੇ ਬੰਦੇ ਨੂੰ ਜ਼ਬਰਦਸਤੀ ਫੜ ਕੇ ਜੰਨਤ ਲਿਜਾ ਸਕਨੇ ਆ ਜਾਂ ਜਹੰਨਮ ਚੋਂ ਕੱਢ ਸਕਨੇ ਆ। ਅੱਲਾ ਦੇ ਨਬੀ ਤੋਂ ਵੱਧ ਕੇ ਗੱਲ ਕਰਨ ਵਾਲਾ ਸੋਹਣਾ ਕੌਣ ਹੋ ਸਕਦਾ ਹੈ? ਬਾ ਇਖਲਾਕ ਕੌਣ ਹੋ ਸਕਦਾ ਹੈ? ਉਦੂ ਇਲਾ ਸਬੀਲ ਰੱबिक ਬਿਲ हिकमत वल मौइज़तिल हसना वजादिलहुम बिल्लती है अहसन। ਇਹਦੇ ਤੇ ਅਮਲ ਕਰਨ ਵਾਲਾ ਨਬੀ ਪਾਕ ਤੋਂ ਵੱਧ ਕੋਈ ਹੋ ਸਕਦਾ ਹੈ? हिकमत ਨਾਲ ਗੱਲ ਕਰਨ ਵਾਲਾ, हिकमत ਨਾਲ ਅੱਲਾ ਦੇ ਰਸਤੇ ਦੀ ਤਰਫ हिकमत ਨਾਲ ਬੁਲਾਓ, ਨਾ ਜ਼ਿਆਦਾ ਸਖਤੀ ਕਰੋ ਤੇ ਨਾ ਥੱਲੇ ਬਹਿ ਕੇ ਤੇ ਉਹਨਾਂ ਕੋਲੋਂ ਗਾਲਾਂ ਖਾਓ। ਇਹ ਜੋ ਕੋਈ ਬਦਤਮੀਜ਼ੀ ਸਵੇਰੇ ਕਰਨ ਲੱਗੇ ਸੀ ਨਾ, ਇਹ ਬਿਲ ਹਿਕਮਾ ਦੇ ਖਿਲਾਫ ਹੈ। ਮਰਜ਼ਈ ਤੁਹਾਨੂੰ ਆਪਣੀ ਬਰਾੜ ਤੇ ਬਹਾਲ ਕੇ ਆਖਣ, ਓਏ ਇਹ ਕਰ, ਇੱਥੋਂ ਪੜ, ਉੱਥੋਂ ਪੜ, ਇੱਧਰ ਕਰ, ਉੱਧਰ ਕਰ। ਤੁਸੀਂ ਤਬਲੀਗ ਨਹੀਂ ਕਰ ਰਹੇ, ਤੁਸੀਂ ਉਲਟਾ ਮੁਸਲਮਾਨਾਂ ਵਾਸਤੇ ਵੀ ਇੱਕ ਉਹ ਨਦਾਮਤ ਦਾ ਬਾਇਸ ਬਣ ਰਹੇ ਹੋ ਕਿ ਵੀ ਤੁਹਾਨੂੰ ਡਾਂਟ ਰਹੇ ਨੇ। ਕਿਉਂ ਡਾਂਟ ਰਹੇ ਨੇ? ਜਾਂ ਤੇ ਵੇਖ ਤੁਸੀਂ ਉਹਨਾਂ ਨੂੰ ਐਸਾ ਕੜਿੱਕ ਲਾਈਏ ਤੇ ਉਹ ਚੀਕਾਂ ਪੇ ਮਾਰਦੇ ਨੇ, ਗਾਲਾਂ ਪੇ ਕੱਢਦੇ ਨੇ, ਫਿਰ ਤਾਂ ਕੋਈ ਸੈਂਸ ਬਣਦਾ। ਮੁਫਤੀ ਸਾਹਿਬ ਡੰਡਾ ਦਿੱਤਾ ਹੁੰਦਾ ਹੈ ਤੇ ਜੇ ਉਹ ਅੱਗੋਂ ਗਾਲਾਂ ਕੱਢਣ ਜਾਂ ਜੋ ਵੀ ਕਰਦੇ ਨੇ ਹੂਟਿੰਗ ਸ਼ੂਟਿੰਗ ਜਾਂ ਬਦਤਮੀਜ਼ੀ, ਉਹਨਾਂ ਫਿਰ ਉਹੀ ਕਰਨਾ ਹੁੰਦਾ ਨਾ। ਮੁਫਤੀ ਸਾਹਿਬ ਦੇ ਗੋਡੇ ਦੇ ਥੱਲੇ ਧਰ ਕੇ ਤੇ ਪੁੱਠੀ ਛੁਰੀ ਫੜੀ ਹੁੰਦੀ ਹੈ, ਤੇ ਉਸ ਵੇਲੇ ਤੇ ਇਹੋ ਕੋਈ ਹੁੰਦਾ ਤੇ ਸੁਬਾਹ ਤੇ ਉਹ ਵੀ ਕੁਝ ਨਹੀਂ ਰਿਹਾ। ਲੇਕਿਨ ਉਹ ਇੰਜ ਜਨਾਬ ਬੋਲ ਰਹੇ ਸੀ ਜਿਸ ਤਰ੍ਹਾਂ ਕੋਈ ਹਾਕਮ ਆਪਣੇ ਮਹਿਕੂਮ ਨਾਲ ਗੱਲ ਕਰਦਾ, ਜਿਸ ਤਰ੍ਹਾਂ ਕੋਈ ਜੱਟ ਚੌਧਰੀ ਜਿਹੜਾ ਉਹ ਆਪਣੇ ਮੁਜ਼ਾਹਰੇ ਨਾਲ ਵੀ ਨਹੀਂ ਗੱਲ ਕਰਦਾ। ਮੇਰਾ ਖਿਆਲ ਹੈ ਜਿਸ ਲਹਿਜੇ ਨਾਲ ਉਹ ਗੱਲ ਕਰ ਰਹੇ ਸੀ, ਐਸੇ ਬੰਦੇ ਦੇ ਸਾਹਮਣੇ ਬੈਠਣਾ ਔਰ ਉਹਨੂੰ ਅੱਗੋਂ ਸ਼ਟ ਅਪ ਕਾਲ ਨਾ ਦੇਣੀ, ਇਹ ਵੀ ਇਸ ਆਇਤ ਦੇ ਖਿਲਾਫ। ਕੁਰਾਨ ਕਹਿੰਦਾ ਉਦੂ ਇਲਾ ਸਬੀਲ ਰੱबिक ਬਿਲ हिकमत वल मौइज़तिल हसना। ਤੁਸੀਂ ਹਿਕਮਤ ਦੇ ਨਾਲ ਗੱਲ ਕਰੋ। ਜਿੰਨੇ ਅਗਲਾ ਜਿਹੜਾ ਉਹ ਤੁਹਾਡੇ ਨਾਲ ਬੈਲੈਂਸ ਗੱਲ ਕਰਦਾ ਹੈ ਤੇ ਠੀਕ ਹੈ, ਨਹੀਂ ਕਰਦਾ ਲੀਵ ਇਟ, ਸ਼ਟ ਅਪ ਕਾਲ ਦੇ ਉੱਪਰ ਹੋ ਜਾਓ। ਉਹਨਾਂ ਨੂੰ ਕਹੋ ਚਲੋ ਗੈਟ ਆਊਟ ਹੋ ਜਾਓ, ਦਫਾ ਹੋ ਜਾਓ, ਜਾਓ ਜਾ ਕੇ ਆਪਣਾ ਜਾ ਕੇ ਜਹੰਨਮ ਚ ਬੋਰੀਆ ਬਿਸਤਰਾ ਪਾਓ। ਸਾਡੀ ਜੁੱਤੀ ਨੂੰ ਪਰਵਾਹ ਹੈ? ਕਿਹੜੀ ਸਾਨੂੰ ਮਜਬੂਰੀ ਹੈ ਕਿ ਅਸੀਂ ਤੁਹਾਡੀਆਂ ਮਤਲਬ ਇਹ ਬਦਤਮੀਜ਼ੀਆਂ ਤੇ ਬੇਹੂਦਗੀਆਂ ਸੁਣਨੀਆਂ ਨੇ? ਚੀਕਾਂ ਮਾਰਦੇ ਸੀ ਰਾਤੀ, ਵੇਖਿਆ ਜੇ ਰਾਤੀ ਤੇ ਚੱਸ ਆ ਗਈ। ਅਮਰ ਭਾਈ ਯਾਰ ਆਡੀਓ ਫੇਰ ਚਲਾਇਓ, ਮੈਂ ਰਿਕਾਰਡ ਕਰਕੇ ਨਾ
ਤੇ ਚਾੜਨੀ ਚੈਨਲ ਤੇ ਫਿਰ ਉਹਦਾ ਜਵਾਬ ਆ ਜਾਏਗਾ ਨਾ। ਜ਼ਾਇਦ ਭਾਈ ਉਹ ਜਿਹੜੀ ਮੇਰੀ ਦੂਜੀ ਆਈਡੀ ਤੇ ਮੈਂ ਵੀਡੀਓ ਅਪਲੋਡ ਕੀਤੀ ਹੈ, ਉਹਨੂੰ ਭਾਵੇਂ ਹਾਂ ਬਸ download ਠੀਕ ਹੈ, ਮੈਂ ਉਹਦੇ ਤੋਂ ਅਪਲੋਡ ਕਰ ਲਾਂਗਾ। ਠੀਕ ਹੈ ਅਮਰ 3340 ਲਿਖੋਗੇ ਤੇ ਉਹਦੇ ਤੇ ਮੈਂ ਲਿੰਕ ਕਰ ਮੈਂ ਕਿਹਾ ਰਾਤੀ 10 ਕੁ ਮਿੰਟ ਮੈਨੂੰ ਮੌਕਾ ਮਿਲਿਆ ਜਿਸ ਵੇਲੇ ਨਾ ਉਹ, ਹਾਲਾਂਕਿ ਮੈਂ ਉਸੇ ਘਰ ਜਾ ਰਿਹਾ ਸੀ ਤੇ ਭੁੱਖ ਵੀ ਬੜੀ ਲੱਗੀ ਸੀ ਤੇ ਸ਼ਾਮ ਵੀ ਹੋਈ ਸੀ ਤੇ ਡਰਾਈਵ ਕਰ ਰਿਹਾ ਸੀ, ਕੋਈ ਮੈਂ ਸਾਹਮਣੇ ਹਵਾਲਾ ਖੋਲ ਕੇ ਨਹੀਂ ਸੀ ਪੜਨ ਲੱਗਿਆ। ਜਿਹੜੇ 10-15 ਮਿੰਟ ਰਗੜਾ ਲੱਗਾ ਨਾ, ਅੱਲਾ ਦੀ ਕਸਮ ਖਾ ਕੇ ਆਨਾ, ਮੈਂ ਖੁਦ ਸੁਣਿਆ। ਬਾਅਦ ਵਿੱਚ ਉਹ ਕਹਿ ਰਿਹਾ ਸੀ ਇਮਤਿਆਜ਼ 1122 ਮੇਰਾ, ਉਹ ਵੀ ਮੇਰਾ ਸ਼ਾਗਿਰਦ ਹੈ, ਕਹਿੰਦਾ ਕੱਲ 5 ਅਹਿਮਦੀ ਹਰੇ ਨੇ, ਅੱਜ 10 ਅਹਿਮਦੀ ਹਰੇ ਨੇ। ਇਹਦੇ ਕੋਲ ਅੱਜ 10 ਅਹਿਮ ਦੀ ਸ਼ਿਕਸਤ ਖਾਦੀ, ਕੱਲ 5 ਨੇ ਖਾਦੀ, ਅੱਜ 10 ਨੇ ਖਾਦੀ। ਮੰਨਣਾ ਹੀ ਪਏਗਾ ਭਾਈ, ਅਸੀਂ ਹਾਰੇ ਆ। ਕੱਲ 5 ਹਾਰ ਕੇ ਗਏ ਆ, ਅੱਜ 10 ਹਾਰ ਕੇ ਗਏ ਆ। ਉਹ ਫਿਰ ਉਹਦੇ ਗੱਲ ਪੈਂਦੇ ਸੀ, ਮਰਜ਼ਈ ਸਾਰੇ ਆਂਦੇ ਸੀ ਤੂੰ ਕਿਉਂ ਸ਼ਿਕਸਤਦਾਰ, ਤੂੰ ਰੈਫਰੀ ਹੈ। ਉਹਨੇ ਆਖਿਆ ਮੈਂ ਫਿਰ ਹੁਣ ਝੂਠ ਮਾਰਾਂ। ਉਹ ਨਹੀਂ ਕਿਸੇ ਰਿਕਾਰਡਿੰਗ ਕੀਤੀ ਰਾਤੀ। ਕੀਤੀ ਹੈ ਮੈਂ ਚਾੜੀ ਹੈ ਅਮਰ ਭਾਈ, ਤੁਹਾਡੇ ਬਾਅਦ ਚ ਵੀ ਚੜੀ ਹੈ। ਉਹ ਅੱਜ ਮੈਂ ਸੁਣੀ ਹੈ, ਉਹ ਅੱਜ ਮੈਂ ਅਮਰ ਭਾਈ ਸੁਣੀ ਹੈ, ਉਹ ਕਿਸੇ ਨੇ ਰਿਕਾਰਡਿੰਗ ਕਰਕੇ ਅੱਜ ਮੈਂ ਕਿਸੇ ਬਰਾੜ ਤੇ ਵੀ ਸੁਣੀ ਹੈ, ਜਿਹਦੇ ਚੋਂ ਕਹਿਣ ਡਿਆ ਰਾਣਾ ਰਾਸ਼ਦ ਫਿਰ ਪਿੱਛੋਂ ਜਿਹੜਾ ਨਾ ਚੀਕਾਂ ਮਾਰਨ ਡਿਆ, ਤੇ ਉਹਨੇ ਕਿਹਾ ਜੀ ਰੋਜ਼ ਤੁਸੀਂ ਹਾਰ ਕੇ ਜਾਂਦੇ ਹੋ, ਰੋਜ਼ ਤੁਸੀਂ ਆ ਕੇ ਮਤਲਬ ਤੁਹਾਡੇ ਕੋਲ ਕੋਈ ਹੈ ਹੀ ਨਹੀਂ, ਤੁਹਾਡੇ ਪੱਲੇ ਹੀ ਕੁਛ ਨਹੀਂ ਹੈ ਕਿ ਤੁਸੀਂ ਆ ਕੇ ਮੁਕਾਬਲਾ ਕਰ ਸਕੋ, ਰੋਜ਼ ਤੁਸੀਂ ਆ ਕੇ ਤੇ ਹਾਰਦੇ ਹੋ ਤੇ ਰੋਜ਼ ਜ਼ਲੀਲ ਹੁੰਦੇ ਹੋ। ਤੇ ਦੂਸਰਾ ਅਮਰ ਵੀ ਤੁਸੀਂ ਥੋੜੀ ਦੇਰ ਪਹਿਲੇ ਗੱਲ ਕਰ ਰਹੇ ਸੀ, ਮੈਂ ਸੁਣ ਰਿਹਾ ਸੀ। ਇੱਕ ਤੇ ਉਹ ਤੁਸੀਂ ਗੱਲ ਕੀਤੀ ਨਾ ਕਮਾਲਾਤੇ ਇਸਲਾਮ ਵਾਲੀ, ਕਮਾਲਾਤੇ ਇਸਲਾਮ ਨੇ ਕਿਹਾ ਹੈ ਕਿ ਹਜ਼ਰਤ ख्वाजा गुलाम फरीद साहब ने हज़रत आदम अलैहिस्सलाम तो लैके ते हज़रत मेहदी अलैहिस्सलाम जिहड़े ने उन्हां तक सारिਆਂ ਨੂੰ ਜਿਹੜਾ ਨਬੀ ਕਰਾਰ ਦਿੱਤਾ ਤੇ ਰਸੂਲullah सल्लल्लाहु अलैहि वसल्लम ਦਾ ਜ਼ਿਲ ਬਰੂਜ਼ ਕਿਹਾ। ਤੇ ਇਹਦੇ ਤੇ ਗੱਲ ਹੋ ਰਹੀ ਸੀ ਤੇ ਉਹ ਇਮਤਿਆਜ਼ ਭਾਈ ਨਾ ਉਸ ਮੇਰੇ ਖਿਆਲ ਜਿੰਨੀ ਦੇਰ ਉੱਥੇ ਡਿਸਕਸ਼ਨ ਹੋਈ ਆ ਜਾਂ ਜੋ ਕੁਛ ਮਤਲਬ ਉਹ ਜਿਹੜੇ ਤਰੀਕੇ ਨਾਲ ਉਹ ਟ੍ਰੀਟ ਕਰਦੇ ਰਹੇ ਨੇ, ਉਹ ਸਾਰਾ ਉੱਥੇ ਬੈਠਣ ਦੀ ਵਜ੍ਹਾ ਇਹ ਸੀ ਕਿ ਉਹ ਕੋਸ਼ਿਸ਼ ਕਰ ਰਹੇ ਸੀ ਕਿ ਉਸ ਗੱਲ ਤੇ ਆਣ, ਜਿਹੜੀ ਕਮਲਾਤੇ ਇਸਲਾਮ ਨੇ ਜਿਹੜਾ ਝੂਠ ਬੋਲਿਆ ਨਾ, ਉਸ ਗੱਲ ਤੇ ਆਣ। ਲੇਕਿਨ ਉਹ ਗੱਲ ਤੇ ਕਰਨ ਨਹੀਂ ਸੀ ਨਾ ਦੇ ਰਹੇ। 1 ਸੈਕਿੰਡ ਹੋਲਡ ਰੱਖ, ਮੇਰੀ ਕਾਲ ਆ। ਹਾਂਜੀ ਉਹੀ ਗੱਲ ਨਹੀਂ ਨਾ ਕਰਨ ਦੇ ਰਹੇ ਸੀ, ਇਸ ਗੱਲ ਦੇ ਉੱਤੇ ਉਹ ਆ ਹੀ ਨਹੀਂ ਸੀ ਨਾ, ਆਂਦੇ ਹੀ ਨਹੀਂ ਸੀ ਨਾ ਪੈ ਕੇ ਇਹ ਜਿਹੜੀ ਗੱਲ ਹੈ ਉਹਦੇ ਤੇ ਆਉਣਾ, ਕਿਉਂਕਿ ਕਮਾਲਾਤ ਨੇ ਜਿਹੜੀ ਗੱਲ ਕੀਤੀ ਸੀ ਉਹਦੇ ਤੇ ਇਮਤਿਆਜ਼ ਭਾਈ ਕਹਿ ਰਹੇ ਸੀ ਕਿ ਇਸ ਗੱਲ ਤੇ ਆਓ, ਤੇ ਉਹਦੇ ਤੇ ਹਵਾਲੇ ਵੀ ਦਿੱਤੇ ਸੀ ਪਿਛਲੀ ਬਰਾੜ ਤੇ ਜਿਹੜੀ ਇਮਤਿਆਜ਼ ਭਾਈ ਨੇ ਵੀ ਕੀਤੀ, ਤੁਸੀਂ ਵੀ ਆਪਣਾ ਰੈਫਰੈਂਸ ਲਾਇਆ ਸੀ, ਤੁਸੀਂ ਵੀ ਉੱਤੇ ਗੱਲ ਕੀਤੀ ਸੀ। ਤੇ ਉਹ ਹੁਣ ਇਸ ਗੱਲ ਤੇ ਫਸੇ ਹੋਏ ਸੀ ਨਾ, ਉਹ ਇਸ ਗੱਲ ਤੇ ਆ ਨਹੀਂ ਰਹੇ ਸੀ। ਜੀ ਇਮਰਾਨ ਭਾਈ। ਆਜ਼ਾਦ ਭਾਈ ਤੁਸੀਂ ਕੋਈ ਰਿਕਾਰਡਿੰਗ ਸੁਣੀ ਉਹਦੀ ਹੈ, ਜਿਹੜਾ ਨਾਸਰ ਮੁਰੱਬੀ ਇਹਨਾਂ ਦਾ ਕੈਨੇਡਾ ਜਿਹੜਾ ਹੁੰਦਾ ਜ਼ਨਾ ਦੇ ਬਾਰੇ ਚ ਜਿਹੜੀ ਗੱਲ ਕਰ ਰਿਹਾ ਸੀ? ਨਹੀਂ ਮੈਂ ਨਹੀਂ ਸੁਣੀ। ਮਾਜ਼ਅੱਲਾ ਉਹ ਗੱਲ ਕਰਦਾ ਸੀ ਪਿਆ ਉਹਨਾਂ ਦਾ ਬਨੀ ਇਸਰਾਈਲ ਨਾਲ, ਤੇ ਮੌਜੂ ਸੀ ਇਹਨਾਂ ਦਾ ਕਿ ਜ਼ਨਾ ਦਾ ਕੀ ਮਤਲਬ ਹੈ। ਜ਼ਨਾ ਦਾ ਮਤਲਬ ਹੈ ਜੀ ਉੱਤੇ ਚੜਨਾ। ਉਹਨੇ ਕਿਹਾ ਕਿ ਜੀ ਮੈਂ ਸਵਾਲ ਕਰਨਾ ਵਾ ਤੇ ਜਵਾਬ ਤੁਸੀਂ ਦੇਣਾ ਮੈਨੂੰ, ਕਿ ਹਜ਼ਰਤ ਮੂਸਾ ਜਦੋਂ ਪਹਾੜ ਦੇ ਉੱਤੇ ਗਏ ਤੇ ਉਹਨਾਂ ਨੇ ਕੀ ਕੀਤਾ? ਮਾਜ਼ਅੱਲਾ ਕਹਿੰਦਾ ਉਹਨਾਂ ਜ਼ਨਾ ਕੀਤਾ। ਤੇ ਕਹਿੰਦੇ ਕਿ ਉਹਨਾਂ ਕਿਹਦੇ ਨਾਲ ਜ਼ਨਾ ਕੀਤਾ? ਆਂਦਾ ਉਹਨਾਂ ਨੇ ਆਪਣੇ ਆਪ ਨਾਲ ਜ਼ਨਾ ਕੀਤਾ। ਇਹ ਇਹਨਾਂ ਦੇ ਹਾਲ ਹੋ ਗਏ। ਤੇ ਬਾਅਦ ਚ ਉਹਨਾਂ ਨੇ ਕਿਹਾ ਕਿ ਰਿਕਾਰਡਿੰਗ ਨਹੀਂ ਹੈਗੀ, ਲੇਕਿਨ ਉਹ ਮੰਨਦਾ ਸੀ ਆਪਣੀ ਗੱਲ। ਉਹ ਬਾਅਦ ਚ ਉਹਨਾਂ ਨਾਲ ਬਹਿਸ ਕਰਦਾ ਸੀ ਇਸ ਚੀਜ਼ ਤੇ ਬੜਾ ਪੱਕਾ ਸੀ ਆਪਣੀ ਗੱਲ ਚ। ਮੁਰੱਬੀਆਂ ਦਾ ਇਹ ਹਾਲ ਹੈ। ਸਪੀਕਰ ਸਾਹਿਬ ਮੌਜੂਦ ਨਹੀਂ? ਕੋਈ ਨਹੀਂ। ਮੈਂ ਕਿਹਾ ਮੈਨੂੰ ਨਾ ਪਹਿਲੇ ਤੇ ਉੱਥੇ ਮੈਨੂੰ ਨਾ ਮੈਡਮ ਦੀ ਕਾਲ ਆਈ ਹੈ ਦਫ਼ਤਰੋਂ, ਤੇ ਉਹਨੇ ਪਤਾ ਕੀ ਆਖਿਆ, ਅਮਰ ਤੇਰੇ ਵਾਸਤੇ ਇੱਕ ਬੜੀ ਖੁਸ਼ਖਬਰੀ ਹੈ। ਮੈਂ ਕਿਹਾ ਮੈਨੂੰ ਪਤਾ ਲੱਗ ਗਿਆ ਕੀ ਖੁਸ਼ਖਬਰੀ ਹੈ। ਕੱਲ ਮੇਰੀ ਰੈਸਟ ਹੋਣੀ ਚਾਹੀਦੀ ਹੈ, ਕਿਉਂਕਿ ਪੂਰਾ ਮਹੀਨਾ ਮੈਂ ਰੈਸਟ ਕੀਤੀ ਨਹੀਂ ਹੈ। ਆਂਦੀ ਅੱਲਾ ਦੀ ਕਸਮ ਹੈ ਹੀ ਖਬਰ ਜ਼ਬਰਦਸਤ ਹੋ ਗਿਆ ਕਿ ਤੇਰੀ ਕੱਲ ਰੈਸਟ ਕਰ ਲੈ। ਪੂਰਾ ਮਹੀਨਾ ਮੈਂ ਰੈਸਟ ਕੀਤੀ ਨਹੀਂ ਹੈ, ਕੋਈ ਇੱਕ ਦਿਨ ਵੀ ਨਹੀਂ ਰੈਸਟ ਕੰਟੀਨਿਊਸਲੀ। ਮੈਂ ਹੁੰਦਾ ਹੀ ਕੋਈ ਨਹੀਂ, ਬਹੁਤ ਜ਼ਿਆਦਾ ਨਹੀਂ ਹੁੰਦਾ। ਤੇ ਮੈਂ ਕਿਹਾ ਸਬੱਬ ਲੱਗ ਗਿਆ ਵੱਡਾ, ਸਾਡਾ ਪ੍ਰੋਗਰਾਮ ਹੀ ਹੈ ਤੇ ਕੱਲ ਰੈਸਟ ਵੀ ਆ ਗਈ। ਮਹੀਨੇ ਸਾਰੇ ਕੱਤੀਆਂ ਦੇ ਆ ਗਏ ਜੇ। ਜ਼ਬਰਦਸਤ ਹੋ ਗਿਆ। ਅੱਛਾ ਉਹ ਗੱਲ ਇੰਜ ਅਮਰ ਭਾਈ ਕਿ ਮੁਰਸ਼ਦ ਬੁਲਾਏ ਅਸਾਂ ਇੱਕ ਵਾਰੀ ਇੱਥੇ ईद मिलादुल नबी ना या कोई जा मौका है तकरीर हस्ते
तो टाइम भी को 2 महीने बाद लभया वक्त तो 2 महीने बाद उन्हें टाइम दिता उस मौजू उत्ते ईशा दी नमाज पढ़ी ने तो उस तो बाद बैठे स्टेज उत्ते ते आधा घंटा लो मां कहदा सी उस तो बाद मां को उन्होंने हवाले किया गया था ने आज साउंड सिस्टम भी सेट नहीं तो मड़ा गला भी कुछ सेट नहीं ठीक है ना तो सवेरे दिन जमात आप कराई ने तो तुसा सवेरे छुट्टी आ गई काम में जो होना चाहिए सीकर नहीं बराड होते किसी को आके मड़ी जान छोड़ो आमर साहब बस करो हुण गल्लां जी लगदा कुछ सुनाब इस तरह का ही होना है मैनू शक पैंदा बाकी वल्ला आलम गला साथ दिंदा कि नहीं दिंदा लेकिन मैं तो खुश होया सुन के कॉल आई है ते उन्हें कहा भी एक तेरे वास्ते खुशखबरी है मैं किसों हस के आख्या मैं क्या खुशखबरी दा तू नाम ही तो फिर मैनू पता लग गया तू मैनू कदे महीना होया फोन ही नहीं कीता ते मैनू पता लग गया खुशखबरी दा ਗਲਾ ਤੁਹਾਡਾ ਵੀ ਖਰਾਬ ਹੈ ਤੇ ਗਲਾ ਉਹਦਾ ਵੀ ਖਰਾਬ ਹੈ मैं तां ही वो गल कीती है ना कि गला भी सेट नहीं है तो साउंड सिस्टम भी सेट नहीं है तो शायद इनके सवेरे तक तकरीर भी हो गई है नहीं असल गल हुंदी है गल टुर पवे ना गल रिड़ पवे गल चू गल फिर निकलती रहती है गल चलती रहती है फिर वो गल बध जाती है फिर ओदी जेड़ा गल बयान करने वाला ना ओनू नहीं पता पिया लगता हुंदा कि मेरी गल सही जा रही है मेरी गल सुनो जेड़ा बंदा गल करने वाला है ना जिन्हों गल दा तजर्बा है अगे वो करदा है कि गल पब्लिक विच ओदी नब्ज दे उत्ते हत्थ हुंदा ओदा तामीन दियां नब्जां दे उत्ते ओदा हत्थ हुंदा वो लोकां दे चेहरे पढ़ के लोकां दियां आवाज़ां सुन के लोकां दे मैसेज देख के या अपनी भी अगर सामने नेरा भी होवे ते एक बारी अनवर मसूद नज़म पे पढ़दा उन्हें कहा पहला मुशायरा मैं वेख्या भी अस्सी रोशनी जद सुनने वाले सारे नेरे च ने अगर सामने सामने सामीन नेरे च भी होना तां जेड़ा वो अपनी आवाज तो उन्हें पता पे लगता हुंदा कि मेरी गल ठीक जा रही है मेरी गल जिहड़ी है ये मकबूल है अगर तुसी गल दे विच गलती करदे हो गल दे विच फंबल करदे हो गल दे विच तुहाडे कोलों कोई ऊंच नीच हो जाए तो तुहानू खुद भी तो पता होंदा है ना कि भाई यह गल उन्नी दुरुस्त नहीं जा रही है यानी कि ओदा रिदम नहीं है ओदा तवातर नहीं है ओदा ओदे विच रबत नहीं है पिछली गल दा ओदे च रबत नहीं बनया वो बंदा खुद बयान करने वाले बंदे नू तजर्बा हो जाता जेड़ा बंदा बोलता रहता दूजियां नू मैं पता नहीं समझा सकना या नहीं बयान कर सकता लेकिन जेड़ा बंदा अगे बोलता उन्हें पता लग जाता कि मेरी गल सही थी चलती कि गल ਸਹੀ तो जिहड़ी तुहाडे पीरां ने आख्या ना कई भाई बारी आके अल्लाह ना जेड़ा उन्होंने फजर दी नमाज जेड़ी उन्होंने फजर दी नमाज पढ़ाई है ना ओदी वजह है ही है हां ਉਹਨਾਂ ਨੂੰ ਪਤਾ ਲੱਗ ਗਿਆ ਵੀ ਗੱਲ ਹੁਣ ਰੇੜੇ ਪੈ ਗਈ ਹੈ ਤੇ ਹੁਣ ਅਗੇ ਤੁਰੀ ਜਾਈਦੀ ਗੱਲ ਆਉਣਾ ਨਹੀਂ ਸੁਣਾਣਾ ਨਾ ਤੁਸਾਂ ਮੈਂ ਉਹ ਉਸ ਤੋਂ ਇਲਾਵਾ ਵੀ ਅਸੀਂ ਬੁਲਾਉਂਦੇ ਰਹਿੰਦੇ ਨਾ ਪ੍ਰੋਗਰਾਮਾਂ ਤੇ ਤੋਂ ਇਹਨਾਂ ਖਤੀਬਾ ਆਹਨੇ ਤੁਸੀਂ ਕੁਰਾਨ ਵੀ ਮੜੇ ਤੋਂ ਸੋਹਣਾ ਪੜ੍ਹਨੇ ਹੋ ਖਤਾਬਤ ਵੀ ਤੁਹਾਡੀ ਤਕੜੀ ਹੈ ਮੜੇ ਤੋਂ ਹਦੀਸਾਂ ਵੀ ਤੁਸੀਂ ਮੜੇ ਤੋਂ ਜ਼ਿਆਦਾ ਆਣੀਆਂ ਨੇ ਲੇਕਿਨ ਤੱਕੋ ਅਸਾਂ ਦੇ ਸਾਹਮਣੇ ਜਿਹੜੇ ਬੈਠੇ ਨਾ ਇਹ ਕਿਸੇ ਨੇ ਘਰ 4 ਡੰਗਰ ਬਦੇ ਤੇ ਕਿਸੇ ਨੇ 2 ਕਨਾਲ ਜ਼ਮੀਨ ਹੈ ਇਹਨਾਂ ਦੇ ਵਿੱਚੋਂ ਮਿਸਾਲ ਕੱਢ ਕੇ ਸਮਝਾਓ ਤੇ ਉਸ ਜ਼ੁਬਾਨ ਵਿੱਚ ਗੱਲ ਕਰੋ ਜਿਹੜੀ ਇਹ ਆਮ ਬੋਲਦੇ ਨੇ ਤਾਂ ਇਹਨਾਂ ਦੇ ਜ਼ਿਹਨ 'ਚ ਗੱਲ ਬੈਸੀ ਤੇ ਮਾਨ ਵੀ ਰਹਿਸੀ ਨੇ ਇਹ ਉਹਨਾਂ ਦੇ ਅਲਫਾਜ਼ ਨੇ ਮੈਂ ਉਹਨਾਂ ਨੇ ਨਕਲ ਕੀਤੀ ਪੂਰੇ ਅਲਫਾਜ਼ ਨਹੀਂ ਉਹ ਬੜੇ ਜਿਹਨੇ ਵਿੱਚ ਗੱਲ ਤਾਂ ਪੈਸੀ ਨੇ ਤੇ ਇਮਾਨ ਵੀ ਤਾਂ ਰਹਿਸੀ ਨੇ ਉਹ ਗੱਲ ਦੇ ਬੜੇ ਧਨੀ ਸਨ ਔਰ ਵਨ ਆਫ ਮਾਈ ਫੇਵਰਿਟ ਓਰੇਟਰਸ ਉਹ ਬੰਦਾ ਸੀ ਯਾਨੀ ਕਿ ਗੱਲ ਬੜੇ ਰਬਤ ਨਾਲ ਕਰਨੀ ਹੈ ਬੜੀ ਚਾਸ਼ਨੀ ਨਾਲ ਕਰਨੀ ਹੈ ਲਫ਼ਜ਼ਾਂ ਦਾ ਚੁਣਾਵ ਬੜਾ ਬਿਹਤਰੀਨ ਹੋਣਾ ਹੈ ਸੁਣਨ ਵਾਲੇ ਦੇ ਦਿਲ ਤੇ ਅਸਰ ਹੋਣਾ ਔਰ ਸਾਦਗੀ ਨਾਲ ਇਹ ਵੀ ਇੱਕ ਉਹਦੀ ਗੱਲ ਦੀ ਤੁਹਾਡੀ ਦੀ ਮਕਬੂਲ ਹੋਣ ਦੀ ਇੱਕ ਦਲੀਲ ਹੈ ਇੱਕ ਤਰੀਕਾ ਹੈ ਕਿ ਅਗਰ ਤੁਸੀਂ ਐਸੀ ਗੱਲ ਕਰਦੇ ਹੋ ਜਿਹੜੀ ਗੱਲ ਬੈਠੇ ਬੰਦਿਆਂ ਨੂੰ ਸਮਝ ਆ ਰਹੀ ਹੈ ਨਾ ਉਹ ਗੱਲ ਤੁਹਾਡੀ ਮਕਬੂਲ ਹੋ ਰਹੀ ਹੈ ਜੇ ਤੁਸੀਂ ਐਸੀ ਹਾਈਲੀ ਇੰਟੈਲੈਕਚੁਅਲ ਗੁਫ਼ਤਗੂ ਸ਼ੁਰੂ ਕਰ ਦਿੰਦੇ ਹੋ ਐਸਾ ਕਲਾਮ ਸ਼ੁਰੂ ਕਰ ਦਿੰਦੇ ਹੋ ਐਸੇ ਅਲਫਾਜ਼ ਦਾ ਚੁਣਾਵ ਸ਼ੁਰੂ ਕਰ ਦਿੰਦੇ ਹੋ ਕਿ ਸੁਣਨ ਵਾਲਿਆਂ ਉੱਤੇ ਸਕੀਲ ਹੋ ਜਾਣ ਕਿ ਉਹਨਾਂ ਨੂੰ ਪਹਿਲਾਂ ਜੋੜ ਕਰਨਾ ਪਵੇ ਵੀ ਇਹ ਲਫ਼ਜ਼ ਕੀ ਬੋਲਿਆ ਸੂ ਇਹਦਾ ਕੀ ਮਤਲਬ ਹੋਵੇਗਾ ਉਹ ਉਹਨਾਂ ਨੂੰ ਗੱਲ ਦਾ ਚੇਤਾ ਹੀ ਨਾ ਰਹੇ ਉਹ ਲਫ਼ਜ਼ ਹੀ ਸਮਝਦੇ ਜਿਹੜੇ ਨੇ ਉਹ ਆਪਣੀ ਸੋਚਾਂ 'ਚ ਖੋ ਜਾਣ ਉਹ ਮਕਬੂਲ ਬਿਆਨੀਆਂ ਨਹੀਂ ਹੁੰਦਾ ਮਕਬੂਲ ਬਿਆਨੀਆਂ ਪਸੰਦੀਦਾ ਬਿਆਨੀਆਂ ਉਹ ਹੁੰਦਾ ਹੈ
ਗੱਲ ਲੋਕਾਂ ਦੇ ਦਿਲਾਂ ਨੂੰ ਜਾ ਕੇ ਅਸਰ ਉਹ ਕਰਦੀ ਹੈ, ਛੂੰਹਦੀ ਹੋਏ, ਜਿਹੜੀ ਉਹਨਾਂ ਦੇ ਦਿਲਾਂ ਦੇ ਵਿੱਚ ਲਫ਼ਜ਼ਾਂ ਦੇ ਨਾਲ ਨਾਲ ਉਤਰਦੀ ਚਲੀ ਜਾਂਦੀ। ਜੋ ਲਫ਼ਜ਼ ਤੁਸੀਂ ਬੋਲੋ ਉਹਨਾਂ ਬੰਦਿਆਂ ਦੇ ਕੈਲੀਬਰ ਦੇ ਹਿਸਾਬ ਦੇ ਮੁਤਾਬਕ ਹੋਣ ਤੇ ਉਹ ਉਹਨਾਂ ਦੇ ਦਿਲ ਦੇ ਵਿੱਚ ਉਤਰਦੇ ਚਲੇ ਜਾਣ। ਕੋਈ ਚੀਜ਼ ਫਾਇਦੇਮੰਦ ਹੁੰਦੀ ਬਜਾਏ ਇਸ ਦੇ ਕਿ ਤੁਸੀਂ ਬਹੁਤ ਜ਼ਿਆਦਾ ਮਹਿੰਗੇ। ਅੱਛਾ ਵੈਸੇ ਅਮਰ ਭਾਈ ਇਹ ਗੱਲ ਵਾਕਈ ਹੈ ਕਿ ਕੁਝ ਲੋਕ ਜਿਹੜੇ ਨੇ ਨਾ ਉਹਨਾਂ ਨੂੰ ਇਹ ਮਲਕਾ ਹਾਸਲ ਹੁੰਦਾ ਹੈ ਕਿ ਉਹ ਗੱਲ ਕਰਦੇ ਨੇ ਨਾ ਤੇ ਜਿਹੜਾ ਬੰਦਾ ਸੁਣ ਰਿਹਾ ਹੁੰਦਾ ਨਾ, ਮਤਲਬ ਇੱਕ ਤੇ ਤੁਸੀਂ ਜਿਹੜਾ ਗੱਲ ਕੀਤੀ ਨਾ ਕਿ ਆਮ ਫਹਿਮ ਅਲਫਾਜ਼ ਦੇ ਵਿੱਚ ਕੋਈ ਗੱਲ ਸਮਝਾ ਦੇਣਾ, ਇੱਕ ਤੇ ਆਪਣਾ ਪੀਰ ਸਾਹਿਬ ਦੀ ਖਾਸੀਅਤ ਸੀ ਕਿ ਉਹ ਗੱਲ ਮਤਲਬ ਜਿਵੇਂ ਕਰਦੇ ਸੀ ਨਾ ਆਪਣੇ ਲਹਿਜੇ ਦੇ ਵਿੱਚ, ਬੜੀ ਸਾਦਾ ਤੇ ਆਮ ਫਹਿਮ ਗੱਲ ਬੜੇ ਤਰੀਕੇ ਨਾਲ ਬਹੁਤ ਸਾਰੇ ਲੋਕ ਮਤਲਬ ਹੈ ਨੇ ਬੜੇ ਜ਼ਬਰਦਸਤ ਖਤੀਬ ਵੀ ਹੁੰਦੇ ਨੇ, ਲੇਕਿਨ ਲੋਕ ਬੋਰ ਹੋ ਜਾਂਦੇ ਨੇ 10 ਮਿੰਟ ਤੋਂ ਬਾਅਦ, 5-10 ਮਿੰਟ ਤੋਂ ਬਾਅਦ ਨਾ 15 ਮਿੰਟ ਤੋਂ ਬਾਅਦ ਲੋਕ ਬੋਰ ਹੋ ਜਾਂਦੇ ਨੇ। ਲੇਕਿਨ ਕੁਝ ਲੋਕ ਜਿਹੜੇ ਨੇ ਉਹਨਾਂ ਦੇ ਵਿੱਚ ਇਹ ਮਲਕਾ ਹੈ ਕਿ ਉਹ ਗੱਲ ਕਰਦੇ ਨੇ ਨਾ ਤੇ ਲੋਕ ਬੈਠ ਕੇ ਸੁਣਦੇ ਨੇ ਔਰ ਬੜੇ ਗੌਰ ਨਾਲ ਸੁਣਦੇ ਨੇ ਲੋਕ ਔਰ ਬੜੀ ਤਵੱਜੋ ਨਾਲ ਸੁਣਦੇ ਨੇ ਔਰ ਉਹ ਆਵਾਜ਼ ਦੇ ਵਿੱਚ ਵੀ ਅਸਰ ਹੁੰਦਾ ਹੈ ਕਿ ਲੋਕ ਮਤਲਬ ਗੌਰ ਫਿਕਰ ਵੀ ਕਰਦੇ ਨੇ ਉਸ ਗੱਲ ਦੇ ਉੱਤੇ ਨਾ। ਮਤਲਬ ਤੁਸੀਂ ਲੈ ਲਓ ਕਿ ਇੱਥੇ ਤੁਸੀਂ ਹੁਣ ਸੋਸ਼ਲ ਮੀਡੀਆ ਦੇ ਉੱਤੇ ਲੈ ਲਓ ਕਿ ਬਹੁਤ ਸਾਰੇ ਲੋਕ ਜਿਹੜੇ ਨੇ, ਹਾਲਾਂਕਿ ਇੱਥੇ ਬੜੇ ਬੜੇ ਕਾਬਿਲ ਲੋਕ ਵੀ ਆਏ ਨੇ, ਸਾਹਿਬ ਇਲਮ ਲੋਕ ਵੀ ਆਏ ਨੇ, ਮਤਲਬ ਇਲਮ ਦੇ ਲਿਹਾਜ਼ ਨਾਲ ਕੁਰਾਨ ਹਦੀਸ ਦੇ ਹਿਸਾਬ ਨਾਲ ਵੀ ਮੈਂ ਕੁਛ ਦੇਖੇ ਨੇ ਕੋਈ ਬਰਾਡਾਂ ਦੇ ਉੱਤੇ। ਹੁਣ ਤੇ ਤੁਸੀਂ ਇੱਥੇ ਖਾਪੀ ਬਹੁਤ ਪਈ ਹੋਈ ਹੈ, ਲੇਕਿਨ ਜਦੋਂ ਨਵੇਂ ਆਏ ਸੀ ਨਾ ਟਿਕਟੋਕ ਦੇ ਉੱਤੇ ਉਦੋਂ ਅਮਰ ਭਾਈ 2-3 ਬਰਾਡਾਂ ਲੱਗਦੀਆਂ ਹੁੰਦੀਆਂ ਸੀ। ਇੱਕ ਇਲਾਮਾ ਸਾਹਿਬ ਸੀ ਉਹ UK ਤੋਂ, ਉਹ ਬਰਾਡ ਲਾਉਂਦੇ ਸੀ। ਉਹ ਮਤਲਬ ਇਹ ਤਾਂ ਨਹੀਂ ਹੁੰਦਾ ਸੀ ਕਿ ਕਾਦੀਆਨੀਅਤ ਦੇ ਬਾਰੇ, ਲੇਕਿਨ ਉਹ ਵੈਸੇ ਮਤਲਬ ਫਿੱਕੀ ਮਸਾਇਲ ਵਗੈਰਾ ਤੋਂ ਮੈਂ ਸੁਣਦਾ ਰਿਹਾ। ਬੜੇ ਕਮਾਲ ਦੇ ਮੁਕਰਰ ਸਨ। ਮੈਂ ਉਹਨੂੰ ਫੋਲੋ ਵੀ ਕੀਤਾ ਸੀ, ਹੁਣ ਕਾਫੀ ਅਰਸਾ ਹੋ ਗਿਆ ਮੈਂ ਸੁਣੀ ਨਹੀਂ ਬਰਾਡ। ਔਰ ਮੈਂ ਅਮਰ ਭਾਈ ਘੰਟਾ ਡੇਢ ਘੰਟਾ ਬਹਿ ਕੇ ਨਾ ਉਹਨਾਂ ਨੂੰ ਸੁਣਦਾ ਰਿਹਾ ਔਰ ਉਹ ਬੋਲਦੇ ਸੀ ਔਰ ਬੜੇ ਕਮਾਲ। ਕਿਹਦੀ ਗੱਲ ਕਰ ਰਹੇ ਹੋ? ਇਹ ਇਲਾਮਾ ਸਦੀਕ ਹੁਸੈਨ ਸਾਹਿਬ ਦੇ ਨਾਮ ਤੋਂ ID ਸੀ, ਅਕਾਊਂਟ ਸੀ ਇੱਥੇ ਟਿਕਟੋਕ ਤੇ ਨਾ, ਤੇ ਉਹ UK ਦੇ ਸਨ ਕੋਈ। ਮੈਂ ਜਦੋਂ ਨਵਾਂ ਆਇਆ ਨਾ ਟਿਕਟੋਕ ਤੇ ਉਦੋਂ ਲੱਗੀ ਹੁੰਦੀ ਸੀ ਬਰਾੜ ਤੇ ਉੱਥੇ ਕੋਈ ਮਹਿਫਿਲ ਨਾਤ ਵੀ ਹੁੰਦੀ ਸੀ ਤੇ ਉਹ ਫਿੱਕੀ ਮਸਾਇਲ ਵਗੈਰਾ ਵੀ ਉਹ ਬਿਆਨ। ਤੁਹਾਨੂੰ ਗਲਤੀ ਲੱਗੀ ਹੋਣੀ, ਸਿਕੰਦਰ ਮਿਰਜ਼ਾ ਨਾਂ ਹੋਣਾ ਉਹਨਾਂ ਦਾ। ਨਹੀਂ ਸਿਕੰਦਰ ਮਿਰਜ਼ਾ ਤੇ ਇਹਦੀ ਤੇ ਆਵਾਜ਼ ਇੱਥੇ ਘਰ ਵਾਲੇ ਨਹੀਂ ਸੁਣਦੇ ਤੇ ਉਹ ਤੇ ਕਹਿੰਦੇ ਨੇ ਤੁਸੀਂ ਡਰਨ ਲੱਗੇ ਹੋ ਮੇਰਾ ਨਾਂ ਲੈ ਲਵੋ, ਐਵੇਂ ਝੱਕਣ ਲੱਗੇ ਹੋ, ਮੇਰਾ ਹੀ ਨਾਂ ਹੈ। ਅੱਛਾ ਤੁਹਾਨੂੰ ਇੱਕ ਗੱਲ ਹੋਰ ਦੱਸਾਂ, ਜੇ ਕਦੇ ਤੁਸੀਂ ਤਵੱਜੋ ਕੀਤੀ ਹੋਵੇ ਇਹਦੇ ਤੇ, ਸਾਰੇ ਹੀ ਸੁਣਨੇ ਰਹਿੰਦੇ ਹੋ, ਤਲਤ ਮਲਕ ਦੀ ਤੇ ਮਿਰਜ਼ਾਈਆਂ ਦੀ ਗੱਲ ਸੁਣੀ ਨੇ ਆਪਸ ਵਿੱਚ ਕਦੇ ਜਿਹੜੇ ਇਖਤਲਾਫ? ਹਾਂ ਸੁਣਿਆ। ਕੀ ਅੰਦਾਜ਼ਾ ਲਾਇਆ ਨੇ ਤੂੰ ਕੋਈ ਗੱਲ ਪਿੱਛੇ ਨਹੀਂ ਵੇਂਦ ਰਹਿਣੀ 1890 ਦੌਰ ਤੇ? ਜੀ ਉਂਝ ਹੀ ਵੇਂਦੀ ਹੈ ਹੀ ਸਾਰਾ ਉਹ ਕੋਈ ਹੈ। ਮੈਂ ਕੁਰਾਨ ਆ ਸਮਝਿਆ ਇਹ ਮਨੀ ਨੇ ਇਸਨੇ, ਮੈਂ ਨਾ ਉਹ ਉਸ ਮੁਸਲਮਾਨ ਉਲਮਾ ਸਾਹਿਬ ਨੇ ਉਹ ਇੰਜ ਨਹੀਂ ਗੱਲ ਇੰਜ ਉਹ ਆਨਾ ਮਾਂ ਪਤਾ ਹੈ ਜ਼ਿਆਦਾ ਤਲਤ ਆਪਣੇ ਫੈਮਿਲੀ ਟੀਕੇ पे लाने मिर्जाई आने वो गल इंज नहीं मिर्जा कदे नहीं गल इंज कीती है वो आने वो तुसा के पता है माड़ा फहम सुनो मैं तो सुन के मैं पहले तारीख अपने आप भी दोहरानी है। फिर भाई मिर्जाइयत एक ऐसा अबू दारस है कि जिदे तुसी खुबदे हो तो खुबदे ही चले जांदे हो, कोई ਉਹਦਾ ਪੈਂਦਾ ਨਜ਼ਰ ਹੀ ਨਹੀਂ ਆਉਂਦਾ। ਅਗਾਂ ਹੀ ਉਹ ਉੱਥੇ ਜਾ ਕੇ ਖਲੋਂਦੀ ਗੱਲ ਬਈ ਇਹ ਮਿਰਜ਼ਾ ਸਾਹਿਬ ਨੇ ਜਿਹੜੀਆਂ ਤਹਿਰੀਰਾਂ ਲਿਖੀਆਂ ਨੇ ਉਹ ਹੀ ਜਲੇਬੀਆਂ ਬਣਾਈਆਂ ਨੇ, ਉਹਨਾਂ ਨੂੰ ਕੋਈ ਸਮਝ ਸਕਦਾ ਹੀ ਨਹੀਂ ਹੈ। ਪਹਿਲੇ ਦਿਹਾੜੇ ਤੋਂ ਲੈ ਕੇ ਅੱਜ ਤਾਈਂ ਉਹਨਾਂ ਤਹਿਰੀਰਾਂ ਦੀ ਭੰਡੀ, ਕੀ ਲਿਖਿਆ ਕੀ ਨਹੀਂ ਲਿਖਿਆ, ਕੀ ਕਹਿਣਾ ਚਾਹੁੰਦੇ ਸੀ ਕੀ ਨਹੀਂ ਸੀ ਕਹਿਣਾ ਚਾਹੁੰਦੇ। ਕਦੇ ਇੰਜ ਹੋ ਸਕਦਾ ਹੈ ਉਰਦੂ ਦੇ ਵਿੱਚ ਤੁਸੀਂ ਕਿਸੇ ਗੱਲ ਦੀ ਵਜ਼ਾਹਤ ਕਰਨ ਵਾਸਤੇ ਕੋਈ ਗੱਲ ਲਿਖੀ ਹੈ, ਇਹ ਵੀ ਨਹੀਂ ਕਿ ਤੁਸੀਂ ਖੁਦ ਕੋਈ ਮਜ਼ਮੂਨ ਤਿਆਰ ਕਰ ਰਹੇ ਹੋ। ਨਹੀਂ ਤੁਸੀਂ ਕੀ ਕਰ ਰਹੇ ਹੋ, ਤੁਸੀਂ ਆਲਰੇਡੀ ਕਿਸੇ ਮਜ਼ਮੂਨ ਨੂੰ ਖੋਲ ਕੇ ਬਿਆਨ ਕਰਨਾ ਚਾਹ ਰਹੇ ਹੋ। ਮਜ਼ਮੂਨ ਤੇ ਆਲਰੇਡੀ ਉੱਥੇ ਮੌਜੂਦ ਹੈ ਨਾ। ਦਾਵਤ ਇਹ ਹੀ ਹੈ ਨਾ, ਕੁਰਾਨ ਦੀ ਤਫਸੀਰ ਕੀਤੀ ਹੈ ਮੈਂ, ਸ਼ਰੀਅਤ ਦੀਆਂ ਅਹਿਕਾਮਾਤ ਨੂੰ ਮੈਂ ਖੋਲ ਕੇ ਬਿਆਨ ਕੀਤਾ ਹੈ, ਤੇ ਜਿਹੜਾ ਖੋਲ ਕੇ ਬਿਆਨ ਕੀਤਾ ਉਹ ਇੰਜ ਦਾ ਬਿਆਨ ਕੀਤਾ ਹੈ ਭਈ ਉਹਦੇ ਤੇ ਭੰਡੀ ਪਈ ਹੈ। ਇੱਕ ਆਂਦਾ ਇਹ ਆਖਿਆ ਸੀ, ਦੂਜਾ ਆਂਦਾ ਉਹ ਆਖਿਆ ਸੀ। ਕੀ ਬਿਆਨ ਫਿਰ ਕੀਤਾ ਤੂੰ?
ਤੁਸੀਂ ਜੋ ਇੱਥੇ ਇੱਕ ਮੁਜਮਲ ਜਿਹਾ ਫਿਕਰਾ ਜਾਂ ਮੁਜਮਲ ਜਿਹਾ ਕਲਾਮ ਇੱਕ ਨਜ਼ਮ ਪੜ੍ਹ ਦਿੰਦੇ ਹੋ ਤੇ ਮੈਂ ਇਹਨਾਂ ਵਿੱਚ ਚੁੱਪ ਕਰੋ, ਮੈਂ ਤੁਹਾਨੂੰ ਦੱਸਣਾ ਇਸ ਕਲਾਮ ਦਾ ਮਤਲਬ ਕੀ, ਇਹਦਾ ਤਰਜਮਾ, ਇਹਦੀ ਤਫਸੀਰ ਕੀ, ਸ਼ਰਹ ਕੀ। ਉਹ ਬਿਆਨ ਕਰਨ ਵਾਸਤੇ ਮੈਂ ਐਸੀ ਜਲੇਬੀ ਬਣਾ ਦੇਣਾ ਕਿ ਅੱਗੋਂ ਉਹਨੂੰ ਸਮਝਣ ਵਾਸਤੇ ਸਿਆਪਾ ਪਿਆ ਹੈ ਕਿ ਮੈਂ ਕੀ ਕਹਿਣਾ ਚਾਹੁੰਦਾ। ਇਹਦੇ ਨੂੰ ਚੁੱਪ ਚੰਗੀ ਨਹੀਂ ਹੈ। ਪਹਿਲੇ ਦਿਨ ਤੋਂ ਲੈ ਕੇ ਅੱਜ ਤਾਈਂ ਆਈ ਭੰਡੀਏ ਪਈ ਕਿ ਉਹ ਜਿਹੜਾ ਖੂਹ ਦੇ ਅੰਦਰ ਥੱਲੇ ਪੈਂਦੇ ਦੇ ਵਿੱਚ ਤਹਿਰੀਰਾਂ ਨੇ ਪਈਆਂ, ਜਲੇਬੀਆਂ ਨੇ ਨਿਰੀਆਂ। ਨਹੀਂ ਆਮਰ ਭਾਈ, ਇਹ ਵੀ ਤੇ ਚੰਗਾ ਸ਼ੁਗਲ ਹੈ ਨਾ ਕਿ ਪਹਿਲੇ ਤਹਿਰੀਰ ਲਿਖੀ ਹੈ, ਫਿਰ ਉਹਦਾ ਲਿਖਿਆ ਹਾਸ਼ੀਆ, ਫਿਰ ਉਹਦਾ ਲਿਖਿਆ ਬਕੀਆ ਹਾਸ਼ੀਆ, ਫਿਰ ਉਸ ਬਕੀਆ ਹਾਸ਼ੀਏ ਦੀ ਤਫਸੀਰ ਜਿਹੜੀ ਕੀਤੀ ਹੈ ਮਿਰਜ਼ਾ ਕਾਦੀਆਨੀ ਸਾਹਿਬ ਦੇ ਪੁੱਤਰ ਬਸ਼ੀਰੁੱਦੀਨ ਮਹਿਮੂਦ ਨੇ, ਉਸ ਤੋਂ ਬਾਅਦ ਉਹਦੀ ਤਫਸੀਰ ਕੀਤੀ ਹੈ ਇਹਨਾਂ ਦੇ ਮੁਰੱਬੀਆਂ ਨੇ। ਉਹ ਮੁਰੱਬੀਆਂ ਦੀ ਤਫਸੀਰ ਤੋਂ ਬਾਅਦ ਜਿਹੜੇ ਇੱਥੇ ਸੋਸ਼ਲ ਮੀਡੀਆ ਦੇ ਮੁਬਲਗ ਨੇ ਉਹ ਕਹਿੰਦੇ ਨੇ ਹੁਣ ਇਸ ਦੀ ਤਫਸੀਰ ਅਸੀਂ ਕਰਨੀ ਹੈ। ਹਾਸ਼ੀਆ 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 ਦਰ ਹਾਸ਼ੀਆ, ਹਾਸ਼ੀਆ ਦਰ ਖਲੀਫਾ, ਤੇ ਖਲੀਫਾ ਦਰ ਮੁਰੱਬੀ, ਤੇ ਮੁਰੱਬੀ ਦਰ ਅੱਗੇ, ਫਿਰ ਚੱਲ ਸੋ ਚੱਲ ਤੇ ਚੱਲ ਸੋ ਚੱਲ ਹੀ ਹੈ। ਤੇ ਸਮਝ ਫਿਰ ਵੀ ਨਹੀਂ ਆਉਂਦੀ। ਉਹੀ ਇੱਕ ਗਲਤੀ ਦੇ ਜ਼ਾਲੇ ਵਾਲਾ ਹਿਸਾਬ ਹੈ ਕਿ ਪੂਰੇ ਸਫੇ ਪੜ੍ਹ ਕੇ ਤੇ ਉਸ ਤੋਂ ਬਾਅਦ ਵੀ ਇੱਕ ਦੂਸਰੇ ਨੂੰ ਪੁੱਛਦੇ ਜਿਵੇਂ ਲਿਖਿਆ ਕੀ ਹੈ। ਅਬੂ ਬਕਰ ਮੀਰ ਭਾਈ ਨੇ ਕੱਲ ਮੈਨੂੰ ਵੀਡੀਓ ਕਟੋਰੀ ਹੈ, ਮੇਰੇ ਜਾਣ ਤੋਂ ਬਾਅਦ ਹੁਸੈਨੀ ਸਾਹਿਬ ਦੀ ਬਰਾੜ ਤੇ ਕੋਈ ਡਾਕਟਰ ਅਬਦੁਲ ਕੀਮ ਪਟਿਆਲਵੀ ਦੀ ਗੱਲ ਸ਼ੁਰੂ ਹੋ ਗਈ। ਤੇ ਹੁਸੈਨੀ ਸਾਹਿਬ ਕਹਿੰਦੇ ਨੇ ਬਈ ਉਹ ਡਾਕਟਰ ਅਬਦੁਲ ਕੀਮ ਪਟਿਆਲਵੀ ਨੇ ਮਿਰਜ਼ਾ ਸਾਹਿਬ ਨੂੰ ਖਤ ਲਿਖਿਆ ਸੀ ਤੇ ਉੱਥੇ ਕਿ ਉਹਨਾਂ ਇਹ ਗੱਲ ਆਖੀ ਸੀ ਬਈ ਮੈਂ ਨਬੀਆਂ ਤੇ ਈਮਾਨ ਲਿਆਉਣਾ ਜ਼ਰੂਰੀ ਨਹੀਂ ਸਮਝਦਾ, ਸਿਰਫ ਅੱਲਾਹ ਤੇ ਈਮਾਨ ਕਾਫੀ ਹੈ। ਆਹੇ ਉਹ ਖਤ ਸਾਡੇ ਕੋਲ ਕੋਈ ਨਹੀਂ ਹੈ। ਤੇ ਉਹਨਾਂ ਕਿ ਜਿਹੜਾ ਮਿਰਜ਼ਾ ਸਾਹਿਬ ਖਤ ਲਿਖਿਆ ਸੀ ਡਾਕਟਰ ਅਬਦੁਲ ਕੀਮ ਪਟਿਆਲਵੀ ਨੂੰ, ਉਹਦੇ ਚ ਮਿਰਜ਼ਾ ਸਾਹਿਬ ਲਿਖਿਆ ਸੀ ਨਾ ਵੀ ਮੈਨੂੰ ਖੁਦਾ ਨੇ ਦੱਸਿਆ ਕਿ ਜਿਹੜਾ ਤੇਰੇ ਤੇ ਈਮਾਨ ਨਹੀਂ ਲਿਆਉਂਦਾ ਉਹ ਮੁਸਲਮਾਨ ਨਹੀਂ। ਆਹੇ ਉਹ ਖਤ ਸਾਡੇ ਕੋਲ ਨਹੀਂ। ਉਹਨਾਂ ਕਿਹਾ ਖਤ ਮਿਰਜ਼ਾ ਸਾਹਿਬ ਲਿਖਿਆ ਸੀ ਹਯਾ, ਤੇ ਉਹਨਾਂ ਕਿਹਾ ਕਿੱਥੇ ਲੱਭਣਾ ਚਾਹੀਦਾ ਹੈ ਇਹ ਡਾਕਟਰ ਅਬਦੁਲ ਕੀਮ ਪਟਿਆਲਵੀ ਦੇ ਘਰ। ਤੇ ਉਹਨਾਂ ਕਿਹਾ ਉਹਦੇ ਘਰ ਆਇਆ ਸੀ ਨਾ, ਉਹਨੇ ਆਪਣੇ ਰਸਾਲਾ ਅਲ ਹਕਮ ਨੰਬਰ 4 ਚ ਸ਼ਾਇਆ ਕਰ ਦਿੱਤਾ। ਫਿਰ ਉਸੇ ਖਤ ਦਾ ਰੈਫਰੈਂਸ ਵੀ ਮਿਰਜ਼ਾ ਸਾਹਿਬ ਆਪਣੇ ਹੱਥੀ ਦਿੱਤਾ ਹਕੀਕਤ ਅਲਵਈ ਚ ਕਿ ਮੈਨੂੰ ਇੱਕ ਬੰਦੇ ਨੇ ਇਹਦੇ ਬਾਰੇ ਪੁੱਛਿਆ ਕਿ ਤੂੰ ਡਾਕਟਰ ਅਬਦੁਲ ਕੀਮ ਪਟਿਆਲਵੀ ਨੂੰ ਇਹ ਗੱਲ ਕਿਉਂ ਆਖੀ, ਤੇ ਇਹਦਾ ਮਿਰਜ਼ਾ ਸਾਹਿਬ ਕੀ ਜਵਾਬ ਦਿੱਤਾ ਹੈ। ਤੇ ਸਾਨੀ ਸਾਹਿਬ ਆਂਦੇ ਨੇ ਇਹਦਾ ਜਵਾਬ ਫਿਰ ਉਹ ਇੱਕ ਗਲਤੀ ਦਾ ਜ਼ਾਲਾ ਵਾਲਾ ਹੀ ਦਿੱਤਾ ਹੈ। ਸਾਨੀ ਸਾਹਿਬ ਨੇ ਪਿਸ਼ਾਬ ਦਾ ਭੇਕ ਛਿੱਤਰ ਮਾਰਿਆ ਹੈ ਬਈ ਇਹਦਾ ਜਵਾਬ ਮਿਰਜ਼ਾ ਸਾਹਿਬ ਨੇ ਇੱਕ ਗਲਤੀ ਦਾ ਜ਼ਾਲਾ ਵਾਲਾ ਹੀ ਦਿੱਤਾ ਹੈ। ਤੇ ਜਮੀਲ पे आके नहीं नहीं मिर्जा साहब ने एक गलती का ज़ाला जो गल बिल्कुल खोल के बयान कर देती है, बिल्कुल साफ करके बयान कर देती है। तो मुबारक है ਉਹਨੂੰ ਆਖ ਨਾ ਬਨੋਈ, ਉਹਨੂੰ ਆਖ ਤੇਰੇ ਢੂੰਡਣ ਲੱਗੇ ਨੇ ਇੱਥੇ, ਆਪਣੇ ਜਾ ਕੇ ਨਾ ਭਰਾ ਨੂੰ ਆਖ ਵੀ ਤੇਰੇ ਬਨੋਈ ਇੱਥੇ ਢੂੰਡਣ ਲੱਗੇ ਨੇ, ਉਹਨੂੰ ਜਾ ਕੇ ਆਖ ਕੋੜੇ ਦੇ ਪੁੱਤਰ ਇੱਥੇ ਗਾਲਾਂ ਨਾ ਕੱਢ ਮਰਜ਼ਈਆ, ਉਹਨੂੰ ਜਾ ਕੇ ਮਿਊਟ ਕੀਤਾ ਇਹਨੂੰ ਕੱਢਣ ਤੇ ਗਾਲਾਂ, ਪਤਾ ਨਹੀਂ ਕਿੰਨੇ ਮਿਊਟ ਕੀਤਾ, ਬਾਹਰ ਲੈ ਕੇ ਉਹਨੂੰ ਆਖ ਵੀ ਤੈਨੂੰ ਤੂੰ ਵਾਅਦਾ ਕਰਕੇ ਗਿਆ ਤੇ ਤੇਰਾ ਪੋਸਟਰ ਤਾਂ ਲੱਗੇ, ਤੇਰਾ ਇੰਤਜ਼ਾਰ ਪੇ ਕਰਦੇ ਨੇ ਮੁਸਲਮਾਨ। ਦੇਖੋ ਨਾ ਅਮਰ ਭਾਈ ਬੜੇ ਫਖਰ ਨਾਲ ਕੱਲ ਕਹਿ ਗਿਆ ਸੀ ਮੇਰਾ ਭਰਾ ਮੁਰੱਬੀ ਹੈ, ਅਸੀਂ ਤੇ ਇੰਤਜ਼ਾਰ 'ਚ ਬੈਠੇ ਸੀ। ਅੱਜ ਮੈਂ ਤੇ ਬੜੀ ਦੇਰ ਇੰਤਜ਼ਾਰ ਕਰਦਾ ਰਿਹਾ, ਮੈਂ ਕਿ ਅੱਜ ਮੁਰੱਬੀ ਸਾਹਿਬ ਨੇ ਆਣਾ ਹੈ ਤੇ ਅੱਜ ਕੋਈ ਨਾ ਕੋਈ ਗੱਲ ਹੋਣੀ ਹੈ, ਬੜਾ ਤਕੜਾ ਅੱਜ ਮੁਨਾਜ਼ਰਾ ਹੋਣਾ। ਮੈਂ ਨਾ ਕੋਈ ਪੁੱਛੀ ਤੇ ਮਾਂ ਨੇ ਮੁਨਾਜ਼ਰਾ ਕਿੱਥੋਂ ਹੈ? ਨਹੀਂ ਭਾਈ ਦਾ ਮੈਸੇਜ ਆਇਆ ਮੁਨਾਜ਼ਰਾ ਹੈ, ਮੈਂ ਕਿਹਾ ਉਹ ਕਿੱਥੋਂ ਮੁਨਾਜ਼ਰਾ ਮੈਂ ਜਿਹੜੀ ਐਵੇਂ ਖਾਣਾ ਖਾਣੇ ਸਕਰੂਲ ਕੀਤਾ ਤੇ ਪੋਸਟ ਜਿਹੜੀ ਲੱਗੀ ਹੈ ਉੱਤੇ ਸਿਰੇ ਕੋਨੇ 'ਚ, ਇਹ ਮੇਰੇ ਸਾਹਮਣੇ ਗੁਜ਼ਰੀ ਹੈ ਤੇ ਮੈਂ ਸਮਝਿਆ ਨਾ ਵੀ ਇਹ ਤੱਕੀ ਹੈ, ਮੈਂ ਖਾਵਰ ਨਾ ਇਹਨੇ ਬੰਦੇ ਨਾਲ ਤੁਹਾਡਾ ਮੁਨਾਜ਼ਰਾ ਖਤਮੇ ਨਬੂਵਤ ਤੇ। ਮਾਂ ਨੇ ਕਿੱਥੋਂ? ਮੈਂ ਆਖਿਆ ਕਮਾਲ ਹੈ ਯਾਰ, ਮੇਰਾ ਯਾਰ ਸ਼ਰਾਰਤ ਕੀਤੀ ਉਸੀ। ਮੇਰਾ ਯਾਰ ਗੱਲ ਸੁਣਾਉਂਦਾ ਸੀ ਨਾ ਪਾਕਿਸਤਾਨ, ਉਹ ਕਹਿੰਦਾ ਸੀ ਕਿ ਕਿਸੇ ਨੇ ਰੱਖਿਆ ਸੀ ਤੋਤਾ ਤੇ ਉਹਨੂੰ ਕਹਿੰਦਾ ਸੀ ਮੀਆਂ ਮਿੱਠੂ ਚੂਰੀ ਖਾਣੀ ਆ, ਤੇ ਉਹ ਆਂਦਾ ਸੀ ਹਾਂ ਖਾਣੀ ਹੈ, ਤੇ ਉਹਨੂੰ ਫਿਰ ਚੂਰੀ ਪਾਉਂਦਾ ਸੀ ਤੇ ਉਹਨੂੰ ਲੈ ਗਿਆ, ਤੋਤੇ ਨੂੰ ਲੈ ਗਿਆ ਕੋਈ ਇਹ ਜਿਹੜੇ ਹੁੰਦੇ ਨੇ ਕਹਿ ਲਓ ਤੁਸੀਂ ਸ਼ੇਖ ਹੀ ਕਹਿ ਲਓ, ਲੈ ਗਿਆ ਸ਼ੇਖ ਕੋਈ ਲੈ ਗਿਆ ਤੋਤੇ ਨੂੰ, ਤੇ ਉਹਨੇ ਆਖਿਆ ਵੀ ਇਹ ਤੋਤਾ ਬੜਾ ਸੋਹਣਾ ਤੂੰ ਪਾਲਿਆ ਤੇ ਮੈਨੂੰ ਵੀ ਦੇ ਦੇ, ਤੇ ਉਹਨੇ ਕਿਹਾ ਲੈ ਜਾ, ਲੈ ਗਿਆ ਤੇ ਉਹਨੇ ਘਰ ਜਾ ਕੇ ਪਿੰਜਰੇ 'ਚ ਡੱਕਿਆ ਤੇ
ਉਹਨੇ ਆਖਿਆ ਵੀ ਹੁਣ ਤੋਤੇ ਨਾਲ ਮੈਂ ਗੱਲ ਕਰਾਂ ਵਿਹਲਾ ਹੋ ਕੇ, ਤੇ ਉਹਨੇ ਆਖਿਆ ਮੀਆਂ ਮਿੱਠੂ ਚੂਰੀ ਖਾਣੀ ਆ? ਤੇ ਤੋਤੇ ਨੇ ਆਖਿਆ ਹਾਂ। ਤੇ ਉਹ ਖੁਸ਼ ਹੋਇਆ, ਉਹਨੇ ਆਖਿਆ ਲੈ ਵੀ ਆਂਦਾ ਵੀ ਮੈਂ ਚੂਰੀ ਖਾਣੀ ਹੈ। ਬੋਲਦਾ ਠੀਕ ਠਾਕ ਬੋਲਦਾ। ਫਿਰ ਉਹਨੇ ਥੋੜੀ ਦੇਰ ਬਾਅਦ ਆਖਿਆ ਮੀਆਂ ਮਿੱਠੂ ਚੂਰੀ ਖਾਣੀ ਆ? ਉਹਨੇ ਆਖਿਆ ਹਾਂ ਖਾਣੀ ਹੈ। ਉਹ ਬੜਾ ਖੁਸ਼ ਹੋਇਆ, ਉਹਨੇ ਲੈ ਵੀ ਤੋਤਾ ਤੇ ਬੜਾ ਸੋਹਣੀਆਂ ਗੱਲਾਂ ਕਰਦਾ। ਤੀਜੀ ਚੌਥੀ ਵਾਰੀ ਫਿਰ ਉਹਨੇ ਪੁੱਛਿਆ ਮੀਆਂ ਮਿੱਠੂ ਚੂਰੀ ਖਾਣੀ ਆ? ਉਹਨੇ ਕਿਹਾ ਉਹ ਕਿੱਥੋਂ ਖਾਣੀ ਹੈ? ਤੂੰ ਜਿਹੜਾ ਪੁੱਛਣ ਹੀ ਲੱਗਿਆ ਨਾ, ਖਾਣੀ ਕਿੱਥੋਂ ਹੈ? ਇਸ ਗੱਲ ਕਰਕੇ ਇਹ ਆਂਦੇ ਨੇ ਮਨਾਜ਼ਰਾ ਤੇਰਾ। ਮੈਂ ਕਿਹਾ ਉਹ ਕਿੱਥੋਂ ਮਨਾਜ਼ਰਾ ਕਿੱਥੋਂ ਹੋਣਾ? ਉਹ ਕੱਲ ਹੀ ਮੈਨੂੰ ਉਮੀਦ ਸੀ ਭਈ ਇਹਨੂੰ, ਉਹ ਇੱਥੇ ਹੀ ਆ ਵੀ ਗਿਆ ਸੀ ਮੇਰੇ ਖਿਆਲ, ਉਹ ਫੇਵਰੇਟ 49 ਮੇਰੇ ਖਿਆਲ ਪਿੱਛੇ ਹੀ ਆ ਗਿਆ ਸੀ। ਤੇ ਉਹਨੇ ਆ ਕੇ ਆਖਿਆ ਬਈ ਤੂੰ ਨਿਕਲ ਜਾ ਕਿਹੜੇ ਜਾਲ ਦੇ ਵਿੱਚ ਆ ਗਏ ਆ। ਰਾਤੀ ਉਹ ਕਹਿੰਦੇ ਸੀ ਯਾਰ ਉਹ ਵੀਡੀਓ, ਰਾਤ ਵਾਲੀ ਵੀਡੀਓ ਸੁਣਾ ਦਿਓ ਜੇ ਬੰਦਾ ਸੁਣਾ ਸਕਦਾ। ਤੇ ਉਹ ਕਹਿ ਰਹੇ ਸੀ ਬਈ ਉਹ ਜਾਲ ਲੈ ਕੇ ਆਉਂਦਾ ਹੈ ਸੈਣੀ ਸਾਹਿਬ ਦੀ ਬਰਾੜ, ਤੇ ਜਾਲ ਦੇ ਵਿੱਚ ਆ ਜਾਂਦੇ ਨੇ। ਮੇਰੇ ਕੋਲ ਸੈਨ ਭਾਈ ਕੋਲ ਹੈ ਵੀਡੀਓ ਉਹਦੀ 11/22 ਵਾਲੀ। ਉਹ ਜਾਲ ਦੇ ਵਿੱਚ ਆ ਜਾਂਦੇ ਨੇ ਮਰਦਈ ਸਾਰੇ ਵਿਚਾਰੇ। अस्सलाम वालेकुम अमर भाई, क्या हाल है? ਵਾਲੇਕੁਮ ਸਲਾਮ। अंबर भाई सिचुएशन बड़ी ਜਿਹੜੀ ਹੈ ਉਹ ਖਰਾਬ ਹੋ ਪਈ ਹੈ, ਬੜੇ ਹਾਲਾਤ ਇਹਨਾਂ ਦੇ ਨਹੀਂ ਠੀਕ ਰਹਿ ਗਏ। ਇਹਨਾਂ ਨਾਲ ਮਾਮਲਾ ਤੇ ਹੋ ਗਏ ਨੇ ਕਿ ਅੱਜ ਤੋਂ ਕੋਈ 4-5 ਦਿਨ ਪਹਿਲੇ ਤੁਸੀਂ ਹੁਸੈਨੀ ਸਾਹਿਬ ਨੇ ਬਰੋਡ ਉੱਪਰ ਇਹਨਾਂ ਨੇ ਮੰਜੀ ਠੋਕਰੇ ਸੋ ਚੰਗੀ ਦਬਾ ਕੇ, ਬਲਕਿ ਹੁਸੈਨੀ ਸਾਹਿਬ ਨੇ ਜਿਹੜੀ ਉਹ ਜ਼ਿਲੀ ਬਰੂਜ਼ੀ ਸੀ ਨਾ, उसने पर चंगा ना कि दबा कर रगड़ा चाह रहे सो तो मरजाई तरफ रेसन ये वो। तो दूसरी साइड तो मैं कहता कि ये भी मरजाइया ने हालात तक कहता थोड़ा जा तो दिल की तसली दे वो क्या कर रहे ने। तो राजा ताल मनान तो ये सारे बैठे सन, वो चीमा नहीं पता नहीं वो कौन है तो कौन नहीं है। वो क्लेम तो ये करना कि मैं मुसलमान हाँ। तो वो ना उन फूरी पा के मौलवी साहब राजा ताल मनान तो इरफान जट नहीं बड़ा पर तको जा इन्होंने सब तो बड़ा जरा इन्होंने काबड़ या माशाल्लाह दुनियादार आदमी है ना, उसने बराडर पर बैठे ते ओ ਤੁਹਾਡੀ ਜਾਨ ਨੂੰ ਰੋ ਰਹੇ ਸਨ। ਤੱਕੋ ਜੀ ਪੱਪੂ ਮੁੱਲਕ ਉਸ ਤੋਂ ਨੈਕਸਟ ਡੇ ਆਇਆ ਵਾਪਸ ਨਾ, ਇਹ ਉਸ ਤੋਂ ਇੱਕ ਦਿਨ ਦੀ ਪਹਿਲੇ ਗੱਲ ਹੈ। ਦੇਖੋ ਜੀ ਪੱਪੂ ਮੁੱਲਕ ਨਾਲ ਬੜੀ ਜ਼ਿਆਦਤੀ ਕਰ ਗਏ ਨੇ। ਅੰਬਰ ਨਜ਼ੀਰ ਨੇ ਜਿਹੜੇ ਸਾਥੀ ਨੇ ਜਿਹੜੇ ਫੌਜੀ ਨੇ ਉਹ ਪੱਪੂ ਮੁੱਲਕ ਨੂੰ ਸਭ ਨੂੰ ਬੜਾ ਤੰਗ ਕੀਤਾ। ਤੇ ਪੱਪੂ ਮੁੱਲਕ ਟਿਕਟੋਕ ਤੇ ਚਲਾ ਗਿਆ, ਉਸ ਨੂੰ ਕਤਲ ਕਰਵਾ ਦੇਣਗੇ, ਇਹ ਕਰ ਦੇਣਗੇ, ਉਹ ਕਰ ਦੇਣਗੇ। ਤੇ ਚੀਮਾ ਕਹਿ ਰਿਹਾ ਮੇਰਾ ਰਾਬਤਾ ਹੈ ਪੱਪੂ ਮੁੱਲਕ ਨਾਲ ਤੇ ਇਹ ਹੈ। ਤਾਂ ਦੇਖੋ ਜੀ ਉਹ ਫਿਰ ਕਦੇ ਕੁੜੀਆਂ ਨਾਲ ਗੱਲ ਕਰ ਰਿਹਾ ਤੈਰ, ਕਦੇ ਆ ਜਾਂਦਾ, ਕਦੇ ਕਹਿੰਦਾ ਜੀ ਉਹ ਜੀ ਮੈਨੂੰ ਰਿਸ਼ਤੇ ਆਫਰ ਹੋਏ ਨੇ। ਤਾਂ ਉਹ ਨਾ ਹੁਣ ਰਾਜਾ ਬਸ ਤੁਹਾਡੇ ਖਿਲਾਫ ਹੀ ਬੋਲੀ ਜਾ ਰਿਹਾ। ਤੇ ਮੈਂ ਤਾਂ ਦੇਖ ਰਿਹਾ ਸਾਂ ਤੁਸੀਂ ਮੁੰਜੀ ਠੋਕ ਰਹੇ ਸੋ। ਤੇ ਰਾਤੀ ਤੇ ਖੈਰ ਅਖੀਰ ਹੀ ਹੋ ਗਿਆ ਨਾ, ਆਪਣੇ ਮੂੰਹ ਤੋਂ ਨਾ ਤੁਸੀਂ ਕਿਹਾ ਨਾ, ਤਾਂ ਉਹ ਮੈਂ ਤੁਹਾਨੂੰ ਵੀਡੀਓ ਸੁਣਾਉਣਾ। ਬੜਾ ਪਹਿਲਾਂ ਤਾਂ ਮੈਂ ਰਿਕਾਰਡਿੰਗ ਨਹੀਂ ਕੀਤੀ, ਮੈਂ ਕਿਹਾ ਤਾਂ ਰੋਜ਼ ਦੀ ਰੂਟੀਨ ਹੈ। ਲੇਕਿਨ ਫਿਰ ਬਾਅਦ ਮੈਂ ਕਿਹਾ ਚਲੋ ਕਰ ਲਈਏ। ਪਹਿਲਾਂ ਵੀ ਕਾਫੀ ਚੀਜ਼ਾਂ ਕਹੀਆਂ ਨੇ, ਲੇਕਿਨ ਜਿਹੜੀ ਬਾਅਦ ਦੀਆਂ ਚੀਜ਼ਾਂ ਨੇ ਨਾ ਉਹ ਤੁਹਾਨੂੰ ਮੈਂ ਸੁਣਾਉਂਦਾ ਵਾਂ। ਤੇ ਉਸ ਤੋਂ ਬਾਅਦ ਰਾਤੀ ਅਲੀ ਵਾਲਾ ਨੇ ਵੀ ਕਹਿ ਦਿੱਤਾ, ਹੁਸੈਨੀ ਸਾਹਿਬ ਨੇ ਵੀ ਕਹਿ ਦਿੱਤਾ ਕਿ ਅੰਬਰ ਨਜ਼ੀਰ ਦੀ ਗਰੰਟੀ ਹੈ ਸਾਡੀ ਹੈ, ਉਹ ਕਿਸੇ ਕਿਸਮ ਵਾਲੀ ਕੋਈ ਗੁਸਾਖੀ ਕੋਈ ਬਦਤਮੀਜ਼ੀ ਨਹੀਂ ਕਰਨਗੇ, ਤੁਸੀਂ ਮੁਰੱਬੀ ਲੈ ਆਵੋ। ਉਹ ਵੀ ਨਾ ਫਿਰ ਖੈਰ ਬੜੀਆਂ ਪੰਚਰ ਲਾਇਨ ਕਿ ਮੁਰੱਬੀ ਕਿਉਂ ਨਹੀਂ ਆ ਸਕਦਾ। ਬੜ ਕੈਫ ਅਗਰ ਟਾਈਮ ਜਿੱਥੇ ਰੋਕਣਾ ਹੋਇਆ ਰੋਕ ਲਵੇ, ਕੋਈ ਹੋਰ ਗੱਲ ਕਰਨੀ ਹੋਈ ਕਰ ਲਵੇ। ਲੇਕਿਨ ਬਾਕੀ ਤੁਸੀਂ ਇਹ ਵੀਡੀਓ ਦਾ ਸੁਣ ਲਵੋ। ਸੁਣੋ 112 ਦੀ ਗੱਲ ਬੜੀ ਚੱਸ ਵਾਲੀ, ਤੇ ਮਰਜ਼ਾਈਆਂ ਦੀਆਂ ਚੀਕਾਂ ਵੀ ਅੱਗੋਂ ਬੜੀਆਂ ਚੱਸ ਵਾਲੀਆਂ ਸਨ। ਜੀ ਬੜਾ ਜੀ ਕਿ ਉਹ ਇਹ ਸੱਚ ਹੈ ਅੰਬਰ ਭਾਈ, ਇਹਨਾਂ ਕੋਲ ਵਾਕਈ ਇਹ ਖਤਮ ਹੋ ਗਏ ਨੇ। ਇਹ ਵਾਕਈ ਤੁਸੀਂ ਰਮਜ਼ਾਨ ਛੁੱਟੀਆਂ ਜਾਓਗੇ ਫਿਰ ਤੁਹਾਡੇ ਨੇ ਹਿਸਾਬ ਪੈ ਜਾਏਗਾ। ਮਹੀਨਾ ਡੇਢ ਹੋ ਡਾਉਣਾ ਤੇ ਖਤਮ ਹੋ ਜਾਣ। ਸਾਹਮਣੇ ਅਮਰ ਭਾਈ, ਵਾਲੇਕੁਮ ਸਲਾਮ। ਸੁਣਾਓ ਕੀ ਹਾਲ ਜੀ? ਅਲਹਮਦੁਲਿਲਾ। ਅੱਛਾ, ਉਹ ਮੇਰੀ ਹੁਣ ਗੱਲ ਵੀ ਹੁੰਦੀ ਸੀ, ਪਹਿਲਾਂ ਮੇਰੀ ਸੁਣ ਲਓ, ਫਿਰ ਮੈਂ ਹੁਣ ਨਿਕਲ ਜਾਣਾ। ਮਸਰੂਫੀਆਤ ਨੇ ਥੋੜੀਆਂ ਜਿਹੀਆਂ। ਜਦੋਂ ਆਇਆ ਐਮਰਜੈਂਸੀ ਚ ਆਇਆ ਨਾ। ਨਹੀਂ ਅਮਰ ਭਾਈ, ਅੱਜ ਕੱਲ ਜਰਾ ਥੋੜਾ ਜਿਹਾ ਨਾ ਬਸ ਦੁਆ ਕਰੋ, ਕੰਮ ਸਟਾਰਟ ਕੀਤਾ, ਮਾਲਕ ਕਾਮਯਾਬ ਕਰੇ। ਬਦਦੁਆ ਕਰੀਏ? ਨਹੀਂ ਹੋਰ ਫਿਰ ਨਜ਼ਰਾਨਾ ਵੀ ਪੇਸ਼ ਕਰਨਾ, ਤੁਸੀਂ ਉਹ ਦੱਸ ਦਿਓ ਵੀ ਕਰ ਦਾਂਗੇ। ਨਹੀਂ ਮੈਨੂੰ ਤੇ ਆਵਾਜ਼ ਆਈ ਹੈ ਬਦਦੁਆ ਕਰੋ। ਨਹੀਂ ਦੁਆ नहीं उसने आखा बस दुआ करो। ਅੱਛਾ ਬਸ ਦੁਆ ਕਰੋ। ਮੈਂ ਕਿਹਾ ਬਦਦੁਆ ਕਰੋ। ਨਹੀਂ ਬਸ ਮੈਂ ਆਖਿਆ ਬਸ ਦੁਆ ਕਰੋ। ਅੱਗੇ ਇੱਕ ਗੱਲ ਸ਼ੁਰੂ ਹੋਈ ਸੀ ਤੇ ਅਬਦੁਲ ਸ਼ੇਖ ਸਾਹਿਬ ਨਾਲ ਜਿਹੜੇ ਨੇ ਉਹਨਾਂ ਆਖਿਆ ਮਿਰਜ਼ਾ ਸਾਹਿਬ ਯਹੂਦੀ ਸਿਫਤ ਨੇ। ਅੱਛਾ ਹਾਂ, ਮਤਲਬ ਉਹ ਗੱਲ ਕਰ ਰਹੇ ਸਨ ਤੇ ਆਨੇ ਜਿਵੇਂ ਯਹੂਦੀ ਸੈਯਦਨਾ ਈਸਾ ਅਲੈਹਿਸਸਲਾਤੁ ਵਸਲਾਮ ਦੇ ਉੱਤੇ ਬਕਵਾਸ ਕਰਦੇ ਸਨ, ਸਬੋ ਸ਼ਿਤਮ ਕਰਦੇ ਸਨ, ਉਸ ਤਰ੍ਹਾਂ ਹੀ
ਮਤੇ ਮੁਹੰਮਦੀਆ ਵਿੱਚ ਤੁਸੀਂ ਹੋ। ਮੈਂ ਕਿਹਾ ਅੱਛਾ। ਮੈਂ ਕਿਹਾ ਜੇ ਸੈਯਦਨਾ ਈਸਾ ਅਲੈਹਿ ਸਲਾਮ ਨੂੰ ਗਾਲੀ ਗਲੋਚ ਜਿਹੜੇ ਕਰਦੇ ਨੇ, ਜਿਹੜੇ ਉਹਨਾਂ ਨੂੰ ਬੁਰਾ ਭਲਾ ਕਹਿੰਦੇ ਨੇ, ਉਹ ਯਹੂਦੀ ਸਿਫਤ ਨੇ? ਤੇ ਉਹਨੇ ਆਖਿਆ ਆਹੋ ਜੀ ਉਹ ਯਹੂਦੀ ਸਿਫਤ ਨੇ। ਤੇ ਮੈਂ ਮਿਰਜ਼ਾ ਸਾਹਿਬ ਦੀ ਤਹਿਰੀਰ ਸਾਹਮਣੇ ਰੱਖ, ਉਹਨਾਂ ਕਿਸੇ ਮਜਬੂਰੀ ਦੇ ਤਹਿਤ ਕਿਹਾ। ਉਹਨਾਂ ਇਹ ਨਹੀਂ ਕਿ ਮਤਲਬ ਉਹਨਾਂ ਦਾ ਅਕੀਦਾ ਸੀ, ਉਹ ਤੇ ਉਹਨਾਂ ਦਾ ਈਮਾਨ ਸੀ ਕਿ ਉਹ ਯਕੀਨ ਰੱਖਦੇ ਸਨ ਉਹਨਾਂ ਤੇ, ਹਜ਼ਰਤ ਈਸਾ ਅਲੈਹਿ ਸਲਾਮ ਦੇ ਉੱਤੇ ਈਮਾਨ ਰੱਖਦੇ ਸਨ। ਯਾਨੀ ਕਿ ਜਿਹੜਾ ਵੀ ਹਜ਼ਰਤ ਈਸਾ ਅਲੈਹਿ ਸਲਾਮ ਨੂੰ ਗਾਲੀ ਗਲੋਚ ਕਰਦਾ ਉਹ ਯਹੂਦੀ ਸਿਫਤ ਨਹੀਂ, ਉਹ ਸੈਫੀ ਵਾਲੀ ਗੱਲ ਹੈ ਨਾ, ਫਿਰ ਆਦਮ ਸੈਫੀ ਵਾਲੀ, ਕਿ ਹਜ਼ਰਤ ਈਸਾ ਇਬਨ ਮਰੀਮ ਅਲੈਹਿ ਸਲਾਮ ਨੂੰ ਜਾਂ ਸਾਹਬੇ ਰਸੂਲ ਨੂੰ, ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਨੂੰ ਨਾਉਜ਼ ਬਿੱਲਾ ਗਾਲਾਂ ਵੀ ਕੱਢ ਲਓ ਤੇ ਮੁੜ ਕੇ ਕੋ ਮੇਰਾ ਈਮਾਨ ਤੇ ਨਹੀਂ ਸੀ ਨਾ। ਮੈਂ ਕੱਢ ਲਈਆਂ ਨੇ ਗਾਲਾਂ ਪਰ ਮੇਰਾ ਈਮਾਨ ਨਹੀਂ ਸੀ। ਸੈਨ ਭਾਈ ਮੇਰੇ ਖਿਆਲ ਕੋਈ ਵੀਡੀਓ ਪਲੇ ਕਰਨ ਲੱਗੇ, ਸੈਨ ਵੀ ਕਰ ਲਓ ਵੀਡੀਓ ਪਲੇ। ਜੀ ਮੈਂ ਵੀਡੀਓ ਪਲੇ ਕਰਨਾ। ਅਮਰ ਭਾਈ ਇਸ ਤੋਂ ਪਹਿਲਾਂ ਵੀ ਨਾ 1122 ਨੇ ਨਾ 1-2 ਦਿਨ ਪਹਿਲਾਂ ਇਸ ਵੀਡੀਓ ਤੋਂ ਪਹਿਲਾਂ ਵੀ ਨਾ ਇੱਕ ਉਸੇ ਪੇਸ਼ਗੀ ਹੋਈ ਸੀ, ਉੱਥੇ ਵੀ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਦੇਖੋ ਜੀ ਕਿ ਹੁਸੈਨੀ ਸਾਹਿਬ ਨੇ ਬਾਰਡਰ ਪਰ ਜਾ ਕੇ ਤਾਂ ਅੰਬਰ ਨਜ਼ੀਰ ਨਾਲ ਜਿਹੜਾ ਨਾ ਤੁਹਾਡੇ ਵਜ੍ਹਾ ਤੋਂ ਨਾ ਉਸ ਨੂੰ ਉਹਨਾਂ ਨੇ ਆਪਾਂ ਹਰ ਬਹੁਤ WhatsApp ਪਰ ਉਸ ਨੂੰ ਦੇਖੋਗੇ। ਬਾਕੀ ਬਾਤ ਗੱਲ ਕਰਨਾ ਸੇ ਪਹਿਲਾਂ ਵੀਡੀਓ ਸੁਣ ਲਓ, ਬਾਕੀ ਬਾਤ ਤੁਹਾਨੂੰ ਸੁਣਾਉਣਾ ਗੱਲ। आप लोग अमन नजीर का सामना नहीं कर सकते तो आप ना जाए उस मैदान में, ना उतरे। जरूर हारना होता है, हर रोज हारना होता है, या अपनी कोई स्ट्रेटजी जो है वो क्या कहते हैं, अपने काम का तरीका जो है वो थोड़ा चेंज करके देख लें। ठीक है, हो सकता है आपको कोई और तरीका अपनाने से कोई कह लें कि जीत मिल जाए। अभी तक तो यकीन माने ये सच्ची बात है, बेशक कड़वी बात है, शिकस्त खा रहे हैं। जो भी यहाँ पे आके अमन नजीर साहब के मुकाबले में आता है वो शिकस्त दिखा रहा है। ये बेशक मेरे भाइयों को बुरा लगे, लेकिन आप गलत कह रहे हैं, आप गलत कह रहे हैं। ऐसी बात समी भाई ये कड़वी बात है, मुझे पता है। अपनी जाती सोच है, ये नहीं देखिए। हाँ, मेरे साथ इख्तिलाफ रख सकते हैं दलील के आगे कोई भी ठहर नहीं सकता। नहीं अदरीस भाई, आप मेरे से इख्तिलाफ रख सकते हैं। मैं गलत बात क्यों आप कर रहे हैं? हाँ, मैं ये नहीं कह रहा कि आप लोग झूठे हैं या ये वो, आप सच्चे हैं। आप कह भी रहे हैं नज़ीर झूठा है ये भी मैं मानता हूँ, लेकिन मुकाबले में आप शिकस्त खा रहे हैं। हाँ खा रहे हैं, कहाँ से बात है ना। देखो जी, दो गल्लां में बड़ा फर्क है। ये सच है, ये सच है, इसको अपनाना बड़ा मुश्किल है। मेरे भाई हैं, मैं अमन नज़ीर को भाई नहीं समझता, मैं अमन नज़ीर को भाई नहीं समझता। आप मेरे भाई हैं, तो मैं अपने भाइयों के लिए अगर बात कर रहा हूँ तो ये मत जी सनी साहब, फर्क साफ है जी जी। मुखालफ ते अलामा साहब भी है ने ते मुखालफ मुफ्ती साहब भी है ने। हाँ जी अलामा साहब ने 1 घंटा तकरीर की है जी, कोई ओदे विच गंदा लफ्ज नहीं है, एक लफ्ज भी नहीं दिखाया जा सकता जी। बिल्कुल ਜਿਹਦੇ मैं दोनों ही तकरीरें सुनी ਇਹ ਉਹਨਾਂ ਨੇ ਮੁਖਾਲਫਤ ਦੀਆਂ ਗੱਲਾਂ ਕਹੀਆਂ हाँ ਬਣਦੀ ਹੈ, ਇੰਨੀ ਕੋ ਬਣਦੀ ਮੁਖਾਲਫ ਦਾ ਇੰਨਾ ਹੱਕ ਬਣਦਾ ਹੈ। ਹਾਂ, ਮਤਲਬ ਇਹ ਤਾਂ ਨਹੀਂ ਕਹਿਣਾ ਚਾਹੀਦਾ ਕਿ ਉਹ ਤੁਹਾਡਾ ਕਸੀਦਾ ਪੜ੍ਹਨਾ ਸ਼ੁਰੂ ਕਰ ਦੇਣ ਕਿ ਤੁਸੀਂ ਬਹੁਤ ਅੱਛੇ ਹੋ ਤੇ ਕਿਆ ਬਾਤ ਹੈ। ਤੇ ਉਹ ਲਾਮਾ ਲਾ ਜੋ ਸਮਝਦੇ ਨੇ ਉਹਨਾਂ ਨੇ ਬਿਆਨ ਕੀਤਾ ਹੈ, ਲੇਕਿਨ ਉਹਨਾਂ ਦਾ ਖਾਨਦਾਨੀ ਹੋਣਾ, ਉਹਨਾਂ ਦਾ ਨਸਲੀ ਹੋਣਾ, ਉਹਨਾਂ ਦਾ ਇੱਕ ਮੁਅੱਜ਼ਜ਼ ਖਾਨਦਾਨ ਦੇ ਨਾਲ ਤਾਲੁਕ ਹੋਣਾ ਉਹ ਉਹਨਾਂ ਦੀ ਜ਼ੁਬਾਨ ਤੋਂ ਆਇਆ ਹੈ। ठीक है, हुसैन साहब एक गल सच्ची है, मैं कई अल्फाज ਜਿਹੜੇ ਨਾ ਦਿਲ ਦੇ ਅੱਛਾ ਤੁਸੀਂ ਬਹੁਤ ਅੱਛਾ ਕਰਦੇ ਹੋ, ਮੇਰੀ ਗੱਲ ਅੱਧੀ ਹੋਣੀ ਚਾਹੀਦੀ ਤੇ ਅੱਧੀ ਨਹੀਂ ਹੋਣੀ ਚਾਹੀਦੀ, ਉਹ ਤੁਸੀਂ ਅੱਛਾ ਕਰਦੇ ਹੋ ਠੀਕ ਹੈ, ਕਿਉਂ ਮੈਨੂੰ ਕੀ ਹੱਕ ਪਹੁੰਚਦਾ ਕਿ ਮੈਂ ਆਪਣੀ ਗੱਲ ਪੂਰੀ ਕਰ ਲਵਾਂ, ਇਹ ਤੇ ਨਹੀਂ ਨਾ ਠੀਕ ਫਿਰ ਗੱਲ, ਤੇ ਵਿੱਚ ਰੋਕ ਕੇ ਤੁਸੀਂ ਆਪਣੀ ਫਿਰ ਪੂਰੀ ਕਰੋ। ਦੂਸਰੇ ਮੁਖਾਲਫ ਨੇ ਮੁਫਤੀ ਸਾਹਿਬ, ਮੁਫਤੀ ਸਾਹਿਬ ਦੇ ਲਫ਼ਜ਼ਾਂ ਵਿੱਚੋਂ ਕੋਈ ਇੱਕ ਲਫ਼ਜ਼ ਸ਼ਰੀਫਾਨਾ ਢੂੰਡਣਾ ਔਰ ਕੋਈ ਇੱਕ ਗੱਲ ਜਿਹੜੀ ਗਾਲ ਨਾ ਹੋਵੇ ਉਹ ਢੂੰਡਣਾ, ਕੋਈ ਕੱਢ ਸਕਦਾ ਉਹਦੇ ਵਿੱਚੋਂ? ਮੁਫਤੀ ਸਾਹਿਬ ਸੈਯਦ ਬਾਦਸ਼ਾਹ ਨੇ ਜੀ ਜੀ, ਉਹ ਗੁਜਰ ਬਾਦਸ਼ਾਹ ਨੇ ਜੀ।
सैनी साहब जी 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 मैं ਤੁਹਾਨੂੰ ਇੱਕ ਛੋਟੀ ਜੀ ਗੱਲ, ਮੈਂ ਆਪਣੀ ਕੋਈ ਵਧਾਈ ਨਹੀਂ ਦੱਸਣ ਲੱਗਾ, ਠੀਕ ਹੈ। ਮੈਂ ਖੁਦਾ ਦੀ ਕਸਮ ਖਾ ਕੇ ਆਨਾ, ਠੀਕ ਹੈ, ਕਿ ਮੁਫਤੀ ਮੁਬਸ਼ਰ ਸ਼ਾਹ ਸਾਹਿਬ ਦੀ ਵੀਡੀਓ ਜਿਹੜੀ ਇਹਨਾਂ ਨੇ ਆਪਣੇ ਟਾਈਮਲਾਈਨ ਦੇ ਉੱਤੇ ਲਾਈਆਂ ਨੇ, ਉਹ ਮੈਨੂੰ ਬੰਦੇ ਨੇ ਵਿਖਾ ਕੇ ਤੇ ਮੈਂ ਉਹਨਾਂ ਦਾ ਜਵਾਬ ਐਡਾ ਆਸਾਨ ਸੀ ਕਿ ਸਮਝਾ ਕੇ ਬੰਦਾ ਐਮਦੀ ਕੀਤਾ। ਉਹ ਸਿਰਫ ਮੁਫਤੀ ਮੁਬਸ਼ਰ ਨੂੰ ਸੁਣਦਾ ਸੀ, ਠੀਕ ਹੈ। ਤੇ ਖੁਦਾ ਦੀ ਕਸਮ ਗਾਲਾਂ ਕੱਢਦਾ ਸੀ, ਫੇਸਬੁੱਕ ਨੇ ਸਾਰੀ ਆਪਣੀ ਮੇਰੇ ਸਾਹਮਣੇ ਉਹਨੇ ਮੈਨੂੰ ਵਿਖਾਈ ਹੈ ਕਿ ਮੈਂ ਤੁਹਾਡੇ ਮਿਰਜ਼ਾ ਸਾਹਿਬ ਨੂੰ ਆਈਆਂ ਇੰਨੀਆਂ ਗਾਲਾਂ ਕੱਢਣਾ ਸਾਂ, ਠੀਕ ਹੈ, ਸਹੀ ਹੈ। ਮਤਲਬ ਕਿ ਉਹਨੂੰ ਮੈਂ ਅਹਿਮਦੀ ਕੀਤਾ, ਮੈਂ ਬੋਲਿਆ ਨਹੀਂ ਤੇ ਆਪਣੀ ਦੱਸਦਾ ਪਿਆ, ਲੇਕਿਨ ਮੈਂ ਕੀ ਸੀ ਇਲਜ਼ਾਮ ਕੀ ਸਨ ਜਿੰਨੀ ਤੇ ਅੱਜ ਲਾਉਂਦੇ ਰਹੇ ਨੇ। ਹੁਣ ਕਿੱਡਾ ਆਸਾਨ ਹੈ ਇਹੋ ਜਿਹੇ ਬੰਦਿਆਂ ਦਾ ਸਵਾਲ ਦਾ ਜਵਾਬ ਦੇਣਾ, ਲੇਕਿਨ ਸਵਾਲ ਦਾ ਜਵਾਬ ਮੁਸ਼ਕਲ ਹੈ। ਅਮਰ ਅਜ਼ੀਜ਼ ਸਾਹਿਬ ਸਵਾਲ ਦਾ ਜਵਾਬ ਦੇਣਾ ਮੁਸ਼ਕਲ ਹੁੰਦਾ ਹੈ ਆਮ ਬੰਦੇ ਦੇ, ਸਾਬਰ ਸਾਹਿਬ ਵਰਗੇ ਬੰਦੇ ਤੇ, ਜਾਂ ਆਮ ਬੰਦੇ ਜਿਹੜਾ ਗੁੱਸਾ ਖਾਈ ਜਾਂਦਾ, ਉਹਦੇ ਵਾਸਤੇ ਉਹ ਕੰਮ ਨਹੀਂ। ਮੈਂ ਬੜੇ ਅਲਫਾਜ਼ ਨੇ ਜਿਹੜੇ ਘੁੱਟ ਕੇ ਰੱਖਣਾ ਵਾ ਸੈਣੀ ਸਾਹਿਬ, ਸਿਰਫ ਇਸ ਵਜ੍ਹਾ ਤੋਂ ਕਿ ਮੈਂ ਪਨਾਹ ਮੰਗਣਾ ਵਾ ਉਸ ਦਿਨ ਦੀ ਕਿ ਜਿਸ ਦਿਨ ਮੈਂ ਇਹਨਾਂ ਦੀ ਅੱਖਾਂ ਦਾ ਤਾਰਾ ਬਣ ਜਾਵਾਂ ਆਪਣੇ ਮੁਖਾਲਫਿਨ ਦੀ। ਵਰਨਾ ਯਕੀਨ ਮੰਨੋ ਐਸੇ ਅਲਫਾਜ਼ ਨੇ ਕਿ ਮੇਰੇ ਆਪਣੇ ਭਰਾ ਵੀ ਆਖਣਗੇ ਤੂੰ ਕਿਉਂ ਬੋਲੇ ਨੇ। ਗੱਲ ਸੱਚੀ ਜਿਹੜੀ ਹੈ, ਸੱਚੀ ਅਗਰ ਇਨਸਾਫ ਦੀ ਕਰੋ ਤੇ ਆਪਣੇ ਭਾਈਆਂ ਨੂੰ ਇਹ ਗੱਲ ਸਮਝ ਹੋਣੀ ਚਾਹੀਦੀ। ਮੈਂ ਬੰਬਾਸਟਿਕ ਸਾਹਿਬ ਨੂੰ ਯਕੀਨ ਮੰਨੋ, ਮੇਰੀ ਤੁਹਾਨੂੰ ਪਤਾ ਲੜਾਈ ਵੀ ਹੁੰਦੀ ਹੈ ਉਹਨਾਂ ਨਾਲ, ਲੇਕਿਨ ਉਹਨਾਂ ਦੀ ਕੰਡ ਸੁਣਦੀ ਹੈ। ਉਹ ਬੰਦਾ ਹੈ ਹਾਜ਼ਰ ਦਿਮਾਗ ਹੈ, ਠੀਕ ਹੈ। ਹੁਣ ਵੀ ਉਹਨੇ ਵੇਖਿਆ ਨਾ, ਜਿਵੇਂ ਮੁਫਤੀ ਮਸ਼ਹਦ ਦਾ ਗੱਲ ਕੀਤੀ, ਉਹਨੇ ਠੀਕ ਮੈਂ ਮਿਊਟ ਕਰ ਲੈਣਾ, ਕਿਉਂ? ਉਹਨੂੰ ਪਤਾ ਸੀ ਕਿ ਮੁਫਤੀ ਮੁਬਸ਼ਰ ਨੇ ਜਿਹੜੇ ਅਲਫਾਜ਼ ਬੋਲਣ ਦੇ, ਉਹਦੇ ਨਾਲ ਮੁਫਤੀ ਮੁਬਸ਼ਰ ਦੀ ਆਪਣੀ ਬਿਸਤੀ ਹੋਣ ਡਈ ਹੈ, ਉਹਦੇ ਨਾਲ ਜਮਾਤ ਨੂੰ ਕੁਛ ਫਰਕ ਨਹੀਂ ਪੈਣ ਡਿਆ। ਅੱਛਾ ਅਦਰੀ ਸਾਹਿਬ ਮਿਊਟ ਕਰ ਲਿਆ ਕਰੋ, ਘਰ ਪਿੱਛੇ ਆਵਾਜ਼ਾਂ ਹੁੰਦੀਆਂ ਨੇ, ਅਦਰੀ ਸਾਹਿਬ ਮਿਊਟ ਕਰ ਲਿਆ ਕਰੋ, ਭੁੱਲਿਆ ਨਾ ਕਰੋ, ਇਹੋ ਜਿਹੀ ਚੀਜ਼ਾਂ ਦੀ ਕਮਜ਼ੋਰੀ ਨਾ ਕਰਿਆ ਕਰੋ, ਠੀਕ ਹੈ, ਮਿਊਟ ਕਰ ਲਿਆ ਕਰੋ। ਤੇ ਇਹ ਗੱਲ ਹੈ ਕਿ ਬਹਰਹਾਲ ਆਪਣੇ ਬੰਦਿਆਂ ਨੂੰ ਖਾਸ ਤੌਰ ਤੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਅੱਜ ਮੈਂ ਸੁਣਿਆ 10 ਬਰਾਬਰ 1 ਚੱਲਿਆ, ਕੱਲ ਮੈਂ 5 ਬਰਾਬਰ 1 ਚ ਵੇਖਿਆ, ਠੀਕ ਹੈ। ਕੱਲ ਵਾਲਾ ਤਾਂ ਮੈਂ ਵੇਖ ਲਿਆ ਸੀ ਵਿਨਰ ਹੈ, ਅੱਜ ਵਾਲਾ ਮੈਂ ਕਮੈਂਟਾਂ 'ਚ ਪੜਿਆ ਕਿ ਭਾਈ ਜੀ ਜਿਹੜਾ ਵਿਨਰ ਹੋਇਆ ਸਭ ਨੂੰ ਪਤਾ, ਠੀਕ ਹੈ ਭਾਈ। ਇੱਥੋਂ ਹਿਸਾਬ ਲਾ ਲਓ ਕਿ ਤੁਸੀਂ ਕਿਸ ਤਰ੍ਹਾਂ ਦੇ ਬੰਦੇ ਹੋ। ਤੁਸੀਂ ਆਪਣੇ ਨਾਮ ਦੇ ਬੰਦੇ ਲੱਭੋ ਨਾ, ਆਪਣੇ ਹਿਸਾਬ ਦੇ ਬੰਦੇ ਲੱਭ ਲਓ ਜਿਹੜੇ ਤੁਹਾਡੇ ਵਾਂਗੂ ਬੜੀ ਸ਼ਾਸਤਗੀ ਦੇ ਨਾਲ ਗੱਲ ਕਰਦੇ ਹੋਣ, ਉਹਨਾਂ ਕੋਈ ਇਲਮ ਰੱਖਦੇ ਹੋਣ ਜਿਨ੍ਹਾਂ ਕੋ ਤੁਹਾਡੇ ਕੋਲ ਹੈ। ਉਹ ਸਰ ਨਹੀਂ ਤੁਹਾਡੇ ਲੈਵਲ ਦਾ ਬੰਦਾ, ਤੁਸੀਂ ਨਾ ਕਰੋ। ਜ਼ਰੂਰ ਹਾਰ ਕੇ ਜਾਣਾ ਹੁੰਦਾ ਰਾਤ ਨੂੰ। ਹੁਣ ਗੱਲ ਤੇ ਗੁੱਸੇ ਵਾਲੀ ਸੱਚੀ ਗੱਲ ਹੈ, ਲੇਕਿਨ ਜਾਣਾ ਹਾਰ ਕੇ ਹੀ ਅਸੀਂ ਭਾਈ ਜੀ। ਕੱਲ ਵੀ ਵੇਖ ਲਿਓ, ਅੱਜ ਵੀ ਵੇਖ ਲਿਓ, ਕੱਲ ਵੀ ਵੇਖ ਲਿਓ, ਪਰਸੋਂ ਵੇਖ ਲਿਓ, ਹੋਣਾ ਇਸ ਤਰ੍ਹਾਂ ਹੀ ਹੈ ਕਿ ਮੁੜਨਾ ਨਹੀਂ। ਕਿ ਯਾਰ ਐਸੇ ਮੈਦਾਨ 'ਚ ਨਾ ਉਤਰੋ ਜਿਸ ਤੁਹਾਨੂੰ ਪਤਾ ਹੈ ਕਿ ਮੈਨੂੰ ਸ਼ਿਕਸਤ ਹੋਣੀ ਹੈ, ਹੋਰ ਕੱਖ ਨਾ ਹੋਏਗਾ ਕਿ ਮੈਂ ਆਪਣੀ ਕਮ ਇਲਮੀ ਦੀ ਵਜ੍ਹਾ ਤੋਂ ਹੀ ਹੋ ਸਕਦਾ ਹੈ ਸ਼ਿਕਸਤ ਖਾ ਜਾ। ਸੱਚਾ ਬੇਸ਼ੱਕ ਹੋਏ, ਸੱਚਾ ਬੰਦਾ ਬੇਸ਼ੱਕ ਹੋਏ, ਲੇਕਿਨ ਕਮ ਇਲਮੀ ਦੀ ਵਜ੍ਹਾ ਤੋਂ ਹੀ ਸ਼ਿਕਸਤ ਖਾਈ ਜਾਂਦਾ, ਠੀਕ ਹੈ। ਤੇ ਇਹ ਚੀਜ਼ਾਂ ਨੇ ਪਰ ਹੱਲ ਮੇਰੀ ਗੱਲ ਸੁਣੋ ਔਰ ਸੋਨੀ ਸਾਹਿਬ, ਮੈਂ ਨਹੀਂ ਜੇ ਪੜ੍ਹਨਾ, ਠੀਕ ਹੈ, ਕਿਸੇ ਹੋਰ ਨੂੰ ਪੜ੍ਹਾ ਲਓ। ਸੋਨੀ ਸਾਹਿਬ ਕਹਿੰਦੇ ਮੈਸੇਜ ਪੜ੍ਹ, ਮੈਂ ਨਹੀਂ ਪੜ੍ਹਨਾ, ਤੁਸੀਂ ਕਿਸੇ ਹੋਰ को पढ़ा। इतने लिखा उन्होंने, क्योंकि उन्होंने लिखा छोटी सरकार ये देखते हैं कि कौन खिलाड़ी मैच में अच्छा खेला है, अपना हो या गैर, स्पोर्ट्समैन स्पिरिट है। ये तो गल है, ये गल ते 11 भाई साहब दी। तो मेरा 1122 साहब का ये हाल है कि वो जंग जब खत्म हो जाती है ना, तो उसके बाद मुबस्सर आ जाते हैं कि फलां टीम फलां ने इतने गोले चलाए, उनको चाहिए था कि अपनी तोप का रुख ऐसे नहीं ऐसे कर लेते। मेरा तो ख्याल जंग में जाना नहीं चाहिए था। हाँ जी जनाब, और बड़े मुफक्कर और मुदब्बर और बन जाते हैं। और ये चरम जुबानी है आपकी। मतलब बात ये है कि ये मैदान है, ये घोड़े का मैदान, आपको किसने रोका है? आए सवालों के जवाब दें, बाद में ये आके मुफक्करी झाड़ना, इसके बेहतर है कि आप जो कोई वहाँ कंटेंट पे बात हो रही है उस पे बात कर लें, कि हमेशा आपने अपने ही बंदों पे तनकीद करनी है, उन्हीं को मेरा मतलब उठाना है। वो जो बंदा जहाँ कर रहा होता है, जो आगे होता है, उसको पता होता है। बाद में ये मुफक्करी झाड़ना है, ये आप राणा साहब, या तो ये हो ना कि कोई मुनसब बताया फैसला करेगा कौन जीता है। मैंने अक्सर आपको यही देखा है, हमेशा सबके साथ जाके सबकी हौसला शिकनी करता है अपने बंदों की। हर ब्रॉड में मैं देखता हूँ कि इसको मुनसब किसने बताया है कि ये फैसला करे कौन जीता है। देखिए मेरी बात सुने, मेरी बात सुने, एक मिनट मुझे बात करने दे। 1122 साहब, मैंने कभी आपको जाके नहीं कहा 1122 साहब आप इस दलील को इस तरह नहीं ले, माइंड योर ओन बिजनेस मैन।
आप जो काम कर रहे हैं माशाल्लाह बहुत अच्छा कर रहे हैं, अपना काम करें, दूसरों की बातों में कुड़ुल ना अगेड़े, वो उनको पता है वो जैसे कर रहे हैं, उसमें अपने आप को मुदब्बर ना बनाए, मुफक्कर ना बनाए कि आप जाली मुफक्करी है। और मैंने आपको कई बार देखा है, एक बार नहीं देखा, हर जगह पे जाके आप यही करते हैं। उस दिन मलिक साहब से आपकी अच्छी खासी चित्र परेड हुई, बहुत अच्छी चित्र परेड हुई, हालांकि मैंने आपको, मेरी बात सुने, मैंने आपका फिर भी भाई होने के नाते साथ दिया। बड़ा मलिक साहब को इतना तंग कर रहे थे, देखो मेरी सुन ले खामोश होकर सुने, मैंने आपकी बात खामोशी से सुनी है। हम मलिक साहब की तरह इतने नहीं है गुस्से वाले, हम अब चित्र परेड नहीं करते, पर उन्होंने आपकी इतनी चित्र परेड की कि आपकी तबीयत साफ कर दी, ठीक है ना। तो प्लीज ये इस बात से परहेज किया करें, अपने काम से काम रखें, दूसरों पे उंगली उठाने से पहले अपना काम करें, जो आप कर सकते हैं वो करें, जो किसी की इल्मी खिदमत कर सकते हैं पॉजिटिव काम करें, ठीक है। दूसरे जो कर रहे हैं हमें पता हम क्या कर रहे हैं, बम्बास्टिक साहब को अपना पता है, ट्रू सीकर भाई को, मैंने कभी किसी में दखल अंदाजी नहीं की, भाई ट्रू सीकर तुम ये गलत कर रहे हो, भाई 1122 तुम, तो इसलिए प्लीज मामे खाना बना करें प्लीज। जो कोई बात करनी है, ये गैर अहमदी बैठे हैं, इनका सवाल है अली वाला साहब, हिम्मत है तो ये मैदान और ये घोड़े का मैदान, इनके सवालों के जवाब दें। हम अहमदियों से लड़ने का क्या फायदा, हम तो ऑलरेडी मजलूम है, हमें ना बताएं प्लीज। ना हमारे कोई कायद है, ना हमारे कोई ओहदेदार है, ना हम आपकी ये बात सुनना चाहते हैं। इट्स टू मच नो, प्लीज इसको इतना काफी समझे और आगे बढ़े। सुन ले बात ये है राणा रशीद साहब, सॉरी रशीद राणा साहब, कि आपने जो साइड ली है ना मलिक तल्ला साहब की, उनका ये कहना है, सुन ले, अब मैंने आपकी तसल्ली से बात सुनी, आप मेरी सुन ले। उनका ये कहना है कि मिर्जा साहब अलैहिस्सलाम को इल्हाम नहीं थे होते, ठीक है, वो अपनी उनको ख्याल आता था और वो ये कह देते थे कि मुझे अल्लाह ताला ने इल्हाम किया है, जैसा कि मेरी बात सुन ले, मेरी बात सुन ले, आप यही तो बात नहीं समझते। तो मैंने पूरे अल्फाज बोले, मैंने आपकी, अच्छा आप कर ले बाद में, पुलिस बन गए हो तुम, पुलिस बन गए 1122 नाम रखने से, कल मैं 911 नाम रख के आ जाता हूँ। Who the hell are you? Let me say that. खुद को मर्जी कहे, तुम कौन होते हो? लोग तो खुदा पे थूकती है, जाओ उनको कहो। लोग मिर्जा साहब को नाउज़ुबिल्लाह गालियां सुनाते हैं, जाओ जाके उनसे लड़ो। तुम कौन होते हैं मलिक साहब को समझाने वाले? Who the hell are you? गालियों पे आ जाए, तुम एक आम अहमदी हो और एक आम अहमदी बन के रहो। गालियों पे आए जल्दी साहब, मैं तुम्हें कह रहा हूँ, you are nothing more than a simple person. You are nothing. You are not a ओहदेदार। सुन कर मेरी बात, आपस में ना प्राइवेट में बात कर, आपस में प्राइवेट में तो करे, प्राइवेट में बात, हर जगह जाके बकबक क्यों करता है ये बंदा? कुछ नहीं होता। यू आर नॉट 1122, यू आर इम्तियाज अहमद। सुन लो ये मेरी बात, ये नाम मिटाओ अपना और इस खुन्नत से बाहर आओ, ये गरूर और तकब्बर से। ठीक है जी, तुम कोई ओहदेदार नहीं हो जमात के, अगर हो तो दिखाओ हमें लेटर कि हुजूर ने मुझे कहा है, ये भी दिखा और किसी की बात नहीं सुनेंगे। अगर मैं आपको ओहदे का लेटर भी दिखा दूं, ओ यार कहो, हाँ मैं मानूंगा, मैं इताअत करूंगा सबसे पहले। अच्छा मेरी इताअत कर लेंगे? मैं करूंगा, अगर हुजूर ने कहा है तुम्हें, हुजूर ने तुम्हारी ड्यूटी का लेटर दिखाना, पता नहीं तुम अहमदी भी हो कि नहीं, मुझे क्या पता है, तुम उनके ही बंदे हो। मैं जाता हूँ, मैं बताता हूँ रशीद राणा साहब, अगर आप हौसला रखे ना, सिर्फ हौसला रखे, मेरा कोई हौसला टूट गया, मेरा हौसला, मैं नहीं दोनों तरफ लड़ सकता, मेरा हौसला खत्म है भाई, मैं दोनों तरफ नहीं लड़ता, उनसे भी लड़े आके, तुम्हारी बातों के जवाब भी दे। नहीं, मेरी बात को जवाब देने की जरूरत नहीं है। शट योर माउथ नेक्स्ट टाइम, मैं कह रहा हूँ, मैं तुम्हें लास्ट वार्निंग दे रहा हूँ, मैं इस तरह मुंह तोड़ूंगा आके, जैसे मलक ने फेंटी चढ़ी थी, कसम से ऐसे भाई देखे, हर जगह जाके तोड़ूंगा। सुन ले रशीद राणा साहब, मैं 1122 तुम्हें कह रहा हूँ, दी थी आप, मैं खुदा की कसम आपको, मैं आपको आपको भी गालियां वापस नहीं करूंगा, आप भी निकाल सकते हैं मुझे गालियां, मैं खुली गाली नहीं निकालूंगा। स्टॉप योर नॉन। मैंने यहाँ से एक बहुत अच्छे बंदे से सीखा है सब्र करना, ठीक है, और मैंने सब्र होगा, मैं देखूंगा जब तुम पे बात आएगी तो। मैं आप कर रहे हैं ना मुझ पे, आखिर कहीं मैंने आपको कोई भी बात का जवाब दिया हो बदतमीजी से? मैं एक सिर्फ बात कर रहा हूँ,
जिस तरह का आपने कहा है कि मैं मलक की तरह करूंगा, मलक साहब ने माँ बहन की गालियां दी, आप भी दी। मेरे अगर मैं आपको भाई, जवाब दे दूं फिर हम बताइए। सब आजाद अहमदी हैं यहाँ पर, हम अपनी मर्जी से काम आजाद हैं? करेंगे। तो हम मैं भी नो तो आजाद हूं डिक्टेशन, ना। नो डिक्टेशन, नो तो मुझे क्यों दे रहे हैं फिर? नो डिक्टेशन, नो मुझे क्यों डिक्टेशन नो दे रहे हैं? डिक्टेशन, नो डिक्टेशन, तो मुझे क्यों दे रहे हैं? 1122 नो डिक्टेशन। तो मुझे क्यों दे रहे हैं? मुझे क्यों डिक्टेशन दे रहे हैं? Stop yourself and अच्छा talk जी। to गैर अहमदी people. Talk ठीक है to जी। गैर अहमदी people. Talk to गैर अहमदी people. No जब dictation. तक घर का Unless you show गंद me, खत्म नहीं होगा, show me बाहर का खलीफा गंद वक्त कभी का खत्म नहीं हो लेटर सकता। कि तुम्हें ये हक हासिल है कि तुम तरबियत करो सोशल मीडिया की। मैं तुमसे पांव पकड़ के माफी मांगूंगा और तुम्हारी इताअत करूंगा। दिखाओ मुझे। Otherwise you have no right to say anything. अब ठीक है, अब मेरी बात सुनिए। अगर आप सदर गैर है, अहमदियों से बात करो, मुझसे मुखातब ना हो। नेक्स्ट टाइम मुझे मुखातब नहीं करना तुमने। ठीक है, अली वाला साहब, अली वाला साहब, अली वाला से करो बात। हाँ, दो करने जवाब। लगा। वफात मुस्लिम अली वाला साहब, जी, बात बसरा ये है कि बंदे में सबसे पहले बसरा साहब ਤੁਹਾਡੀ ਗੱਲ ਤੋਂ ਪਹਿਲਾਂ ਇਸ ਚੀਜ਼ ਦੀ ਤੇ ਮੈਂ ਨਹੀਂ ਗਵਾਹੀ ਦੇ ਸਕਣਾ ਕਿ ਤੁਸੀਂ ਜਮਾਤ ਦੇ ਅਹੁਦੇਦਾਰ उमर मैं जरूरत नहीं है कुछ है अहदेदार लोकल है ना, यहाँ तो नहीं है ना। सर मनु मैं तो अहदेदार क्या सदर जमात भी हो गए। सदर जमात का काम ही नहीं है कि मैंने आपसे टिकटॉक पे बात आके की नसीहतें कर रहे हैं। है, मैंने आपसे को बात की है। हजूर ने कब कहा है जाओ मेरी रिकॉर्डिंग ले जाओ और मुझे जमात से खराज करा दो। आप मुझे गालियां दे, मैं रिकॉर्डिंग लेके जब तक जाओ 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 जाओ, मैं तुम्हें जिस तरह जाओ आपने जो बोला करने कर लो। कि मलक साहब ने आपको गालियां दी हैं, तुमने आपकी जो मजबूत करने होती ना है, कर लो, मैं कह रहा हूँ भी जो ठोकूंगा। उखाड़ना है तो आप उखाड़ निकाले लो, ना मैं कह गालियां रहा हूँ। मुझे, जा जो करना कर लो। तुम अहदेदार हो ना, वो उस जमात के अहदेदार हो, निकाले तुम गालियां, उस जमात के अहदेदार हो। मैं क्यों निकाले किसी पे गालियां। मैं कह रहा हूँ मेरा ख्याल है नॉनसेंस स्टॉप करो। मेरा ख्याल है इस बहस को बंद करें। ये अपनी नॉनसेंस स्टॉप करो। ये निकाल हर जगह जाके तुम जमात के लोगों को अपने को झूठा खिलवाते हो। हर जगह जाके तुम आ जाते हो, झूठा खिलवाते हो। सब गालियां तो निकालने 4-5 मुझे ना कहे यार, मुझे जब तक जमात का कोई ऑथेंटिक अहदेदार नहीं कहेगा कि वो सोशल मीडिया का रखवाला है। देखो मैं आपको धमकी लगा सुन ले, मैं क्लियर कर दूं। मुझे आसम नास की कॉल आई थी जो कि अमीर साहब का रिप्रेजेंटेटिव था सोशल मीडिया के लिए। यूट्यूब की वीडियो हटा दो, अल्लाह की कसम मैंने दूसरे सेकंड यूट्यूब की सारी वीडियो हटा दी। अच्छा बात ये होती है ना। बात तो सुन लें। अस्सलाम वालेकुम रहमतुल्लाह। ये बंदा मोहम्मद साहब राना साहब एक मिनट यार बात कर लें। अटवाल साहब की हाल है, ठीक हो? जी अस्सलाम वालेकुम रहमतुल्लाह। यार इस बहस को खत्म करें, ठीक ठाक। मैं तो खत्म करना चाहता हूँ, मुझे मौका ही नहीं दिया। इसको ना तूल पकड़े। पहली बार नहीं हुआ, हर जगह ये बंदा। बात सुन ले राना साहब यार, बात तो कंप्लीट आज फर्स्ट टाइम नहीं हुआ। मैं देख रहा राना साहब मेरी बात तो होने दे यार, ये क्या हूं। और बात? जब मलक साहब ने छितर परेड की थी तब कहा था राना साहब मेरी बात तो होने दे यार, आप क्या भी हो कर गया? लें, आप भी कर लें, आप भी कर लें राणा साहब, आपको भी इजाजत है। जो मलक साहब को इजाजत दी थी ना कि गालियां निकालें, आपको बदले में एक गाली नहीं दूंगा और ना दी थी, आप भी निकालें। खुदा की कसम खा के कह रहा हूँ कि आपको वापसी एक गाली भी नहीं बस दूंगा। आप हमें नसीहत करने छोड़ दें। आपकी बड़ी मेरा कोई आपका ये देखें राना साहब, आप जो करना पड़ता है। ये मैंने सीखा आप है वो टिकटॉक कहते से राणा डिक्टेट ना साहब। करें, आप उनको डिक्टेट कर रहे हैं। हमें डिक्टेट मुझे ना करे, आप जो मर्जी करो। मेरी बात सुन ले, मेरी बात सुने। मुझे डिक्टेट ना करे, खुद जो मर्जी करे, मैं कभी नहीं कहूंगा। लगा दे एक मिनट यार, बात तो करने दें यार राणा साहब। जी तब से आप लोग बात कर रहे हैं, मैं सुन रहा हूँ, बात तो करने दें यार। एक प्लीज ऐसे इस डिस्कशन को यहाँ पे खत्म कर दें, ठीक है? अगर आपने जैसे वो अभी जो अल्लामा अमन नजीर साहब आए थे, उन्होंने कहा जी कि मैंने मुसलमानों के मसाइल हल कर दिए हैं, हालांकि वो उनका खुद साख्ता ही दावा था। मगर एक बात ये सही है कि उन्होंने अपने मुसलमानों को ये कहा था आपके कोई इख्तलाफात हैं, आपस में फोन पे बात करें, आपस में व्हाट्सएप पे चले जाएं, ठीक है? अगर आपने जमात अहमदिया के अफराद हो के और जमात ने एक दूसरे की मुखालफत ही करनी है तो प्लीज व्हाट्सएप पे चले जाएं, फोन पे चले बात जाएं। स्टार्ट करते हैं। मैं अब जा रहा हूँ, इनको कोई व्हाट्सएप पे आ जाए बस। जय नहीं, मुझे जरूरत नहीं है, मुझे जरूरत नहीं है, मुझे व्हाट्सएप पे जाने की जरूरत नहीं है। मैंने व्हाट्सएप वाले सारे हरबे इस्तेमाल कर चुके हैं। मगर एक बात जो सी बशर रजा साहब ने की है वो बात सही है कि कोई भी छोटा सा भी जो थोड़ा सा इल्म यानी कि ना भी इल्म रखता है कहमदी, वो भी हर बंदे के सवालों के जवाब दे सकता है। मगर एक बंदा जो डिफरेंट किस्म की शातनियत करता है, वो ऐसे सवाल लेके आता है और आपसे ऐसे अल्फाज निकलवाना चाहता है, ठीक है? वो जो अमन नजीर साहब की बात कर रहे हैं ना, वो सही बात कर रहे हैं कि एक बंदा आपके सामने ऐसे सवालात लेके आता है कि जिसका अगर आप जवाब सही देंगे भी तो जो अल्फाज जिसका वो जवाब चाहता है उसमें वो आपको कहेगा देखो जी मर्जिया ने करता था या कर दिया। बशर रजा भाई की बात, ये बात बिल्कुल 100% सही है। मसलन ये अली वाला साहब बैठे हुए हैं, इतनी दफा इनकी डिस्कशन होती है, ठीक है ना?
बड़े सिंपल सवालात होते हैं, जवाबात होते हैं, दूसरे कायद पे बात होती है। मगर एक बंदे का काम ही वो है कि आपकी तहरीरात से ऐसी चीजें या ऐसे लाइनें निकाल कर लाए कि जिसका एक आम अहमदी वो किसी और ब्राड पे क्यों नहीं जाता, अमन नजीर किसी जहाँ पे कोई मुरब्बी बैठा था वहां पे क्यों नहीं जाता? ठीक है, इसलिए कि वहां पे जवाब मिलेगा। यहाँ एक मेरे जैसा कम फहम सा जो मुसलमान अहमदी है जो बैठा हो, सॉरी अमर भाई थोड़ी है, मैं लाना फोन आ गया, 1 मिनट में ऐसे लाना वापस है, उसके सामने आप ऐसे सवाल रखेंगे तो मेरे मुंह से जो बात निकलेंगे वो उसको जवाब अहमदिया पे करेगा। इसमें मेरी बात सुने, अगर कोई बंदा जाल बिछाता है, ठीक है, तो वो जाल बिछाने वाला जाल हुआ या जाल में आने वाला जाल हुआ? ये जाल में आने वाला मैं ये अमर भाई 1 मिनट में जरा फोन है किसी में कहना के बंद कर दे फोन, वरना बार बार फोन करता रहेगा। 1 मिनट। जी यही चीज मैंने समझाने की कोशिश की है कि अगर कोई बंदा जाल बिछाता है ना, तो जाल बिछाने वाला जाल नहीं होता, जाल में आने वाला जाल होता है। ठीक है, तो इसको समझें, ये हिकमत की बात है मेरे भाइयों। आप जो मर्जी मुझे कहो, मलक तल्ला साहब है, उनके ऐसे अल्फाज हैं कि मैं यकीन माने उनको ऑन भी नहीं करता, लेकिन फिर भी आज मैं उनको आमर नसीर से अच्छा मुसलमान समझता हूँ, अपना भाई समझता हूँ। और ये राणा रशीद साहब गए हैं, इन्होंने 5-6 बार मुझे गालियां दी भी हुई हैं, मैंने वापसी पे आज तक इनको गाली दी भी नहीं और ना दूंगा। क्यों नहीं दूंगा भाई, ये मेरे भाई हैं। ठीक है, अगर मैंने कोई बात की है तो मुझे जो नजर आया मैंने वो क्या है, आप मुझसे इख्तलाफ कर सकते हैं, आप मुझे कहें कि 1122 साहब ये आपकी बात गलत है, ऐसा नहीं है, कल वाला जो मामला था उसमें अमन मैं अंसारुल्लाह ते हदाम अहमदी दे ਜਿਹੜੇ ਤਰਬੀਅਤੀ ਕੈਂਪ ਹੁੰਦੇ ਨੇ ਉੱਥੇ ਕੋ ਕਲਾਸਾਂ ਦਾ ਆਗਾਜ਼ ਕਰੋ ਜ਼ਿਆਦਾ ਨਹੀਂ ਇੱਥੇ ਵਾਲੀ ਤਰਬੀਅਤ ਜਿਹੜੀ ਨਾ, ਗੱਲ ਸੁਣ ਲਓ ਨਾ, ਇਹ ਹੁਣ ਚੰਦ ਅਲਫਾਜ਼ ਕਹੇ ਗਏ ਨੇ ਤੇ ਕਿ ਅਲਾਮਾ ਸਾਹਿਬ ਜਿਹੜੇ ਨੇ ਉਹ ਮੁਰੱਬੀ ਸਾਹਿਬ ਦੀ ਬਰਾੜ ਤੇ ਜਾਂਦੇ ਤੇ ਜਵਾਬ ਦੇ ਇੰਜ ਕਰਨੇ ਆ। ਕੱਲ ਅਲਾਮਾ ਸਾਹਿਬ ਇੱਥੇ ਆ ਜਾਂਦੇ ਨੇ ਤੇ ਤੁਸੀਂ ਆਪਣਾ ਕੋਈ ਮੁਰੱਬੀ ਲੈ ਆਈਏ ਤੇ ਗੱਲ ਕਰਾ ਲੈਣੇ ਆ, ਜਿਹੜੀ ਬਰਾੜ ਦੇ ਮੁਰੱਬੀ ਸਾਹਿਬ ਬਹਿੰਦੇ ਨੇ ਉਹਨਾਂ ਨੂੰ ਕਹੋ ਕਿ ਅਲਾਮਾ ਸਾਹਿਬ ਜਿਹੜੇ ਨੇ ਉਹਨਾਂ ਨੂੰ ਕਾਲ ਤੇ ਲੈ ਲੈ। हाँ, ये एक दूसरा मैं कह रहा था कि मोहम्मद कासिम साहब, अगर मुझे कोई चीज नजर आई है ना, ठीक है, कि मैंने जो अल्फाज अपने यहाँ पे रखे हैं, राणा साहब मुझे कह सकते हैं भाई नहीं, कल वाला जो मुकाबला था उसमें आमन नजीर हार गया था, हमारे 5 अहमदी जीत गए थे। मैं कहूंगा ठीक है भाई, बसरा साहब बहुत गल हो गई है ना, कासिम साहब समझाते हो, एक माली वाला साहब उन्होंने गल हो रही है ना, मेरे भाई अलामा साहब जेडे ने दिल्ली ਇੱਥੇ मैं ठीक मैं करना, मैं वो भी गल कर ਤੇ ਉਹ ਮੁਰੱਬੀ ਸਾਹਿਬ ਜਿਹੜੇ ਨੇ ਜਿਹੜੇ ਉਹਨਾਂ ਦਾ ਜਵਾਬ ਦੱਸ ਦਿਆਂ ਅਲਾमा साहब मलक तलत साहब के सामने नहीं आते, एंड फिर करना अली वाला साहब, मलक तलत साहब जो मुरब्बी है, फिर वो ही गल यार अली वाला साहब कर लगा, एक बार म्यूट पे ला लो। आज वाला जो मुकाबला था उसमें भी आप ये कह सकते हैं कि अमन नजीर हार गया था, ठीक है, और हमारे 10 भाई जो थे वो जीत गए हैं। उनके वो दलाइल बिल्कुल ठीक थे, वो बड़े अच्छी उन्होंने स्पीच दी है, स्पीच चल रही थी ना, तकरीर चल रही थी, तो तकरीर का मुकाबला था। अब सब ने देखा कि तकरीर किसकी दर्द हुई है, ठीक है, और किसकी दर्द नहीं हुई, किसको दर्द महसूस नहीं हुई। जिसको दर्द महसूस नहीं हुई, जाहिर बात है वो अपना गर्ज भर्ज के तकरीर करके गया। फिर अब जिसकी दर्द हुई है वो सब नजर आ रही थी नीचे। दूसरी बात हुई है, दूसरा मुकाबला हुआ बम्बास्टिक साहब का और मुफ्ती बशीर साहब का, जिसमें मैंने सुना नहीं है लेकिन इरफान जाट साहब ने भी एंट्री डाली थी, ठीक है। तो अब देखे ना उसमें क्या हुआ, मुफ्ती बशीर साहब ने क्या किया, एक बात भी इल्मी नहीं की, वो जितनी गन निकालते रहे, गालियां निकालते रहे हैं, उसका कोई फायदा नहीं हुआ। लेकिन मैं उसकी क्यों नहीं डिस्कस कर रहा, क्यों कि उसमें भाई बम्बास्टिक साहब बिल्कुल ठीक थे, जो उन्होंने किया बिल्कुल ठीक किया। और यहाँ तक कि इरफान जाट साहब ने जो किया है मुकाबले में, यानी कि जवाबन दिया है ना, हालांकि मैं हो सकता सब्र कर देता, लेकिन उन्होंने सब्र नहीं किया, उनका भी हक बनता था भाई,
ठीक है, वो बिल्कुल ठीक थे वो दोनों, वो मास्टर साहब भी और इरफान जाट साहब। मुझे उन पर तनकीद करने की जरूरत नहीं। तनकीद क्या, मैं तनकीद तो आपके भी नहीं कर रहा, मैं एक हकायक बता रहा हूँ। मैं को तनकीदी वो नहीं पॉइंट ऑफ व्यू। भाई देखिए, मैंने जो बात मैं मुबशर रज़ा नहीं हूँ, मैं मुबशर रज़ा नहीं हूँ, मैं इम्तियाज अहमद और डीपी हमारी दोनों की एक ही है, मुबशर रज़ा की और मेरी। मुझे पता है, बिल्कुल पता है, मगर मुबशर भाई बात पता क्या है, मैंने जो मुबशर भाई कासिम साहब इम्तियाज अहमद नाम है। इम्तियाज भाई, हाँ जी इम्तियाज भाई, बात ये है कि मैंने जो बात शुरू की है ना, वो जो उस बात को खत्म करने के लिए वो जो आप बात करते, उसकी बिल्कुल तारीफ की है। एक शख्स जब जाल बिछा के आता है तो मैं हालांकि मैं अमन नजीर साहब से उनकी ब्राड पे जाके बात करता रहा हूँ, मगर वो यहाँ पे, क्योंकि यहाँ पे मुझ जैसे लोग बैठे होते हैं, ठीक है, उनको जो आपने बात की है ना कि जाल बिछाने वाला जायल हुआ, जाल में आने वाला, बिल्कुल मैं 100% बात की तारीफ करता हूँ। ठीक है, मैं नजीर साहब की किसी बात का जवाब यहाँ पे नहीं देता। उसकी वजह ये है कि वो चीजें वो ऐसी सिर्फ चंद लाइनें ऐसे उठा के लाते हैं कि जिसका किसी ने ना आगे पीछे पढ़ा है। मैंने भी जमात की 100% किताबें नहीं पढ़ी हैं, ठीक है, मुझे नहीं पता, पढ़ूंगा उसका जवाब नहीं दे सकता, ठीक है। तो इसलिए वो आपकी बात बिल्कुल ठीक है, वो जाल बिछाने वाले का सवाल का जवाब नहीं दिया जा सकता, मगर एक आम आदमी आपके कायद पे बात करने आता है, आप उसको 100 बातों के जवाब दे सकते हैं, कोई इसमें हर्ज नहीं है। चलो बसरा साहब है ਤੁਹਾਡੀ ਗੱਲ ਮੁੱਕ ਗਈ ਤੇ ਫਿਰ ਕਿਹੜੀ ਬਰਾੜ ਜਿੱਥੇ ਅਲਾਮਾ ਸਾਹਿਬ ਦਾ ਜਵਾਬ ਦਿੱਤਾ ਜਾਏ, ਮਰਬੀ ਸਾਹਿਬ ਦੇਣ सदर साहब के सामने नहीं आते आमिर नजीर साहब। दी गल सुन लो, आमन नजीर साहब का मुकाबला अगर करना है ना किसी ने इत्थे बैठे, अगर वो हज़रत मसीह मौद सलाम के बारे च सवाल उठाते ने, बेहतरीन खिलाड़ी जिहड़ा उन्हां दा मुकाबला कर सकता ना, मेरा भी मुखालफ है, अमन नजीर साहब का मुखालफ है, लेकिन हज़रत मसीह मौद सलाम ते ईमान रखता है तारक चौहान साहब, ठीक है, बेहतरीन बंदे ने, जिथे मर्जी जेड़ा मर्जी सवाल रख। बसरा साहब सॉरी कॉल आ गई, मैं बात नहीं सुनी, कौन? तारक चौहान साहब। अच्छा हाँ जी, मुरब्बी साहब ने नहीं उन्हें मुरब्बी होना जरूरी नहीं है ना, मुरब्बी जरूर होना जरूरी नहीं, मुरब्बियां नालों मैं समझना वा एक आम मुरब्बी नालों उन्होंने ज्यादा इल्म है। मैं क्या तारक चौहान साहब ते इत्थे बैठे हुंदे ने ते मुरब्बी साहब दी तुसीं गल कीती है ते किहड़े मुरब्बी साहब जेहड़े दे तारक चौहान साहब नाल ते डेली हुंदी। इम्तियाज भाई उस तो अलावा सुन लो, उस तो अलावा इम्तियाज भाई आमिर साहब ने सवाल रखिया, तारक चौहान साहब ने आख्या मैं जवाब देना, उन्हें आख्या तुहाडे को जवाब नहीं लेना। हाँ इसे वजह तो नहीं ले रहे ना, वो क्यों कि उन्होंने पता है साबर साहब बैठे ने ते अपना वो बैठे ने राणा रशीद साहब ते बैठे ने अदरीस साहब ते मैं उन्होंने को लांगा। ओह यार तारक चौहान साहब ते अहमदी नहीं ना है ना, क्यों नहीं अहमदी, वो अपने आप अहमदी कहते ने। ਤੁਸੀਂ ਤੇ ਨਹੀਂ ਨਾ ਨਵਾਜ ਤੇ ਜੰਮਾ ਸਾਹਿਬ ਮੰਨਣ ਵਾਲੇ ਮੁਰੱਬੀ ਸਾਹਿਬ ਦੀ ਗੱਲ ਕੀਤੀ ਤੇ ਮੁਰੱਬੀ ਸਾਹਿਬ ਕਿਹੜੇ ਨੇ, ਅਲਾਮਾ ਸਾਹਿਬ ਕੱਲ ਆ ਜਾਂਦੇ ਜਾਂ अपने इम्तियाज साहब नहीं है, इम्तियाज साहब ही हैं। अच्छा इम्तियाज साहब है ना, ये बात करूंगा इम्तियाज भाई नहीं, ये मुबशिर साहब है, आवाज मुबशिर साहब की तरफ इम्तियाज भाई है, मुबशिर रज़ा बात बदल के आए हैं। मैं तो इम्तियाज साहब समझ के बात कर रहे थे, इम्तियाज मेरे इल्म में नहीं है कि ये मुबशिर साहब है। नहीं मुबशिर रज़ा माइक लाया तो आवाज चेंज की थी। सुन ले अगर ये मुबशिर साहब है तो मेरी बातें इनके लिए नहीं थी, बहरहाल मेरी बातें वो 1122 के लिए बड़ा अच्छा है यार, तो समझ नहीं आ रही है कि बंदा कौन बैठा है। मैं कहना राणा साहब आंदे फटोफट आईडी का नाम 1122 है, तो मेरे मुकाबले वो 1122 थे। देखो जी आईडी के नाम तो राणा साहब घंटे 2 घंटे बंदे को पहचान के वो मारते, ये नहीं है देर नहीं देखिए आईडी का नाम वो है तो मुझे कैसे पता चलेगा। हुसैनी साहब जी जी तो एक गल तो पहले लाओ, इत्थे गल कीती कि जमातियां दी तरफों के अलामा साहब किसी मुरब्बी नाल नहीं गल कर सकते या जवाब देन दे, तो मैं क्या कि मुरब्बी साहब केड़े ने जिन्हां कोल अलामा साहब जान, चलो ऐसे भी कोई इल्मी गुफ्तगू सुननी है। अलीवाला साहब जी जी है तो बड़े आलम बंदे हैं, मैंने उनको नहीं। अलीवाला साहब सुन लो गल, अलीवाला साहब गल ये है कि अलामा साहब इत्थे आउंदे ने ਜਿਹੜੇ ਮਰਜ਼ੀ ਮੁਰੱਬੀ ਸਾਹਿਬ ਆ ਜਾਣ, ਇੱਥੇ ਅਸੀਂ ਅਲਾਮਾ ਸਾਹਿਬ ਨੂੰ ਤੇ ਅਲਾਮਾ ਸਾਹਿਬ ਦਾ ਤੁਹਾਨੂੰ ਪਤਾ ਹੀ ਗਾਲਾਂ ਤੇ ਕੱਢਦੇ ਨਹੀਂ, ਉਹ ਜਿਹੜੀ ਗੱਲ ਕਰਦੇ ਨੇ ਉਹਨਾਂ ਨੇ ਕੋਈ ਸਵਾਲ ਪਾਣਾ ਹੁੰਦਾ ਹੈ, ਇੱਕ ਸਿਚੁਏਸ਼ਨ ਲਿਆਉਂਦੇ ਨੇ ਵੀ ਇਹ ਗੱਲ ਹੈ ਤੇ ਇਹਨੂੰ ਹੱਲ ਕਰੋ, ਉਹ ਅਸਾਬੀ ਸਵਾਲ ਹੁੰਦਾ ਹੈ।
ਤੇ ਮਰਬੀ ਸਾਹਿਬ ਆ ਜਾਣ ਤੇ ਇੱਥੇ ਆ ਕੇ ਉਹਨਾਂ ਨਾਲ ਗੱਲ ਕਰ ਲੈਣ, ਕੋਈ ਐਸੀ ਗੱਲ ਨਹੀਂ। ਜੀ ਉਹੀ ਮੈਂ ਗੱਲ ਕੀਤੀ ਹੈ ਕਿ ਕਿਹੜੇ ਮਰਬੀ ਸਾਹਿਬ ਨੇ ਜਿਹੜੇ ਢੂੰਡਦੇ ਨੇ ਪੇ ਕੋਈ ਗੱਲ ਕਰਨ ਵਾਸਤੇ, ਤੇ ਮਰਬੀ ਸਾਹਿਬ ਨੇ ਲੱਤ ਲੈ ਜਿਹੜੇ ਮਰਜ਼ੀ ਮਰਬੀ ਸਾਹਿਬ ਕੇ ਸਾਹਮਣੇ ਤੇ ਜਮਾਤੇ ਅਹਿਮਦੀਆ ਜਿਹੜੀ ਉਹ ਗੱਲ ਕਰ ਰਹੀ ਹੈ ਤਾਰਿਕ ਚੌਹਾਨ ਸਾਹਿਬ ਦੀ। ਮੈਂ ਕਿਹਾ ਤਾਰਿਕ ਚੌਹਾਨ ਸਾਹਿਬ ਤੇ ਇੱਥੇ ਦਿੱਲੀ बैठे होते ने। अच्छा साहब एक बात कुरान पाक से बात होगी, उनको ये कहते हैं कि सिर्फ कुरान पाक से बात हो। हाँ जी सिर्फ पहले राणा साहब मरबी तो कर लें, आप राणा साहब ने बड़ी अच्छी राणा साहब मरबी तो कर लें, पहले कंफर्म कौन सा मरबी ने आना यहाँ पे, वो इल्जाम है वो तो बाद की बात है, उन्होंने कुरान पाक से बात नहीं करनी। कर लो गल बेशक हो सकती कुरान पाक। राणा साहब मेरी बात सुने, उनके मरबी साहब ला वो सिर्फ कुरान आप पहले नाम पेश कर दें कौन से मरबी साहब। हाँ राणा साहब आप सिर्फ ना इतना काम कर लें कि मरबी साहब का नाम ही यहाँ पे रख दें कि ये वाले मरबी साहब जो है वो यहाँ पे आ सकते हैं। बताएं जी। अब ये बात ये है कि आमर नजीर साहब के तो ब्लैक लिस्ट किया हुआ उन्होंने, सब रबिया ने वो नहीं आएंगे। आप सबको कुरान से आके बात करें, वो कुरान से बात करें तो हमारे जैसा को छोटा मोटा बंदा बात कर ले। देखें उन्होंने कहा आप कुरान मजीद से उनसे बात कर लेंगे राणा साहब। मैं कर लूंगा, क्यों नहीं करूंगा, कुरान पाक खोल के कोशिश करूंगा। नहीं होते खोल के कोशिश करें, खोल के नहीं कर लूंगा यार, आखिर अल्लाह ताला ने इल्म दिया है, ऐसी बात तो नहीं है कि हम ना कर सके, कुरान पाक का फहम ही ना हो। मैं क्यों नहीं करूंगा, खत्म नबूवत पे कुरान पाक से मुझसे बात कर ले, मुझे कॉन्फिडेंस है कि मैं नॉलेज रखता हूँ उस चीज का। लेकिन राणा साहब खत्म नबूवत तो कुरान मजीद में आपके मुताबिक है ही नहीं है, तो उस पर बात क्या करनी। मतलब मैं इस मौजू पे अपने आप को समझता हूँ कि मैं कंफर्टेबल हूँ, मुझे पता है किस तरह कंफर्टेबल है जी, किस तरह कंफर्टेबल, थोड़ी कंफर्टेबल ये कि मैंने मुतालिया किया हुआ है इस चीज पे सारा। तो आपको पता है इस बारे में, ये जो खत्म नबूवत की आयतें और हजरत ईसा वाली आयतें, ये जिन्होंने रटी हुई थी मरब्बियान ने, उनके बारे में हजरत बशीरुद्दीन महमूद अहमद साहब ने क्या कहा था? जी बता रहे हैं, मुझे नहीं पता। ठीक है, वो कहते थे कि जब आप मैदान में, मैं मफहूमन बता रहा हूँ आपको, मैं यहाँ पे भारत को पढ़ के सुनाई हुई है, सुनी भी हुई है। वो कहते थे कि अब्दुल्ला दी कॉल चुक ली ये जो मरबियान है ना, ये 3-4 आयतें खत्म नबूवत की और हज़रत ईसा वाली रट लेते हैं और मैदान में निकल जाते हैं। ठीक है, और इनका हिसाब ऐसे है कि जैसे, और हमला इस तरह करते हैं जैसे सूर नेजे को देखकर नेजे पे सजा के सर मार देता है। ठीक है, यानी कि आपको, अगर आप तबलीग के मैदान में आए हैं ना, तो आपके लिए ये चीज मुकम्मल नहीं है कि आप 2 या 3 आयतें ज़बानी याद कर लें या उनकी तफसीर याद कर लें। हाँ, ये बात हज़रत मिर्ज़ा बशीरुद्दीन, मैंने फेसबुक के टाइम पे मैं बता दूं ये बातें की हुई हैं उनसे, और जो उनके काउंटर क्वेश्चंस आते हैं वो भी मैं समझता हूँ कि आगे सुनने काउंटर क्या करना है, फिर हमने जवाब क्या देना है। इस मौजू पे अबूर हासिल नहीं होना चाहिए। नहीं मरबी साहब इतना अबूर नहीं है, लेकिन कर ले। आपके पास हाजिर दिमागी होनी चाहिए। मरबी साहब के सामने कोई नहीं खड़ा हो सकता। फ्रेश मरबिया है मूसा साहब। जी मूसा साहब, दोहरी मूसा साहब जी हाँ यार, मेरी गल सूटेबल बंदा बता दे अपना, वो फ्रेश मरबिया है जी लामा साहब, वो सूटेबल बंदा बता दे जो बात कर सके। मेरी पूरी बात तो सुन ले, मैं क्या कि जेरे मूसा साहब ने ना, मूसा साहब कर सकते हैं मेरे मुकाबले, बहुत अच्छे। वो फ्रेश मरबी लामा साहब के सामने, वो तो अभी वो मुरब्बी नहीं है भाई, वो मुरब्बी ने अल्लाह का बंदा 40 साल छोटे हैं हमें नजीर अंकल से। मैं वेख्या है कि ये लोग बिल्कुल करते हैं, हिडन होंगे ने अहमदी आके मौलवियों नूं गालां कड्डियां। मैं एक चीज ते तुहानूं भी पता है, जेड़ा बंदा